प्रोग्राम संवाद। GKU रेडियो सुन रहे तमाम श्रोतियां की खिदमत विच हाजिर हाँ मैं मनप्रीत बराड़। प्रोग्राम संवाद का अगला अंक लैके जी श्रोतियो, अज असीं गल जिस विषय ते करांगे वो विषय साडे समाज लई अत जरूरी है अज दे समय दे विच ते अज दे नौजवानां दे लई। जिवें असीं एजुकेशन की गल करदे हां, सिक्ख्या की गल करदे हां ते उहदे नाल जिहड़ी साडी नैतिक सिक्ख्या बच्चों दे विच होनी जरूरी है, नैतिकता होनी जरूरी है, सद्भावना होनी जरूरी है। वो चाहे अपने देश प्रति होवे, चाहे अपने वड्डियां प्रति होवे ते चाहे अपने अध्यापकां प्रति होवे। पर साडे समाज ਦੀ ਜਿਹੜੀ ਅੱਜ ਦੀ ਦਸ਼ਾ ਬਣ ਚੁੱਕੀ ਹੈਗੀ ਆ, ਉਹਦੇ ਵਿੱਚ ਜੇ ਗੱਲ ਕਰੀਏ ਤਾਂ ਸਾਡੇ ਨੌਜਵਾਨਾਂ ਦੇ ਵਿੱਚ ਸਹਿਣਸ਼ੀਲਤਾ ਤੇ ਸਤਿਕਾਰ ਦੀ ਭਾਵਨਾ ਜਿਹੜੀ ਬਹੁਤ ਘਟ ਚੁੱਕੀ ਆ। ਉਹ ਨਾ ਤਾਂ ਆਪਣੇ ਮਾਂ-ਬਾਪ ਦੇ ਕਹਿਣੇ ਵਿੱਚ ਨੇ ਤੇ ਨਾ ਹੀ ਉਹਨਾਂ ਦੇ ਦਿਲ ਵਿੱਚ ਆਪਣੇ ਅਧਿਆਪਕ ਪ੍ਰਤੀ ਕੋਈ ਸਤਿਕਾਰ ਹੈ। ਇਹਦੇ ਵਿੱਚ ਕਾਰਨ ਬਹੁਤ ਸਾਰੇ ਹੋ ਸਕਦੇ ਆ। ਕੀ ਕਾਰਨ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਇਸ ਰਾਹ ਤੋਂ ਭਟਕ ਰਹੀ ਹੈ। ਜਦੋਂ ਅਸੀਂ ਬਹੁਤ ਪਿੱਛੇ ਝਾਤ ਮਾਰਦੇ ਹਾਂ, ਜਦੋਂ ਅਸੀਂ ਸਾਡੇ ਵੱਡੇ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਬਹੁਤ ਹੈ। ਅੱਜ ਵੀ ਅਸੀਂ ਆਪਣੇ ਤੋਂ 20 ਸਾਲ ਵੱਡੇ ਕਿਸੇ ਬਜ਼ੁਰਗ ਦੇ ਨਾਲ ਗੱਲ ਕਰਦੇ ਆ ਤਾਂ ਉਹਨਾਂ ਦੇ ਬੋਲਣ ਦੇ ਤਰੀਕੇ ਦੇ ਵਿੱਚ ਤੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਬਹੁਤ ਸਹਿਣਸ਼ੀਲਤਾ ਹੁੰਦੀ ਹੈ ਤੇ ਅਸੀਂ ਹਮੇਸ਼ਾ ਕਾਲ ਦੇ ਵਿੱਚ ਰਹਿੰਦੇ ਆ। ਸੋ ਇਸੇ ਹੀ ਵਿਸ਼ੇ ਤੇ ਅੱਜ ਗੱਲ ਕਰਾਂਗੇ। ਅੱਜ ਦਾ ਸਾਡਾ ਵਿਸ਼ਾ ਹੈ ਜੀ ਨੌਜਵਾਨਾਂ ਵਿੱਚ ਸਹਿਣਸ਼ੀਲਤਾ ਅਤੇ ਸਤਿਕਾਰ ਦੀ ਘਟ ਰਹੀ ਭਾਵਨਾ ਚਿੰਤਾ ਦਾ ਵਿਸ਼ਾ। ਸੋ ਇਸ ਵਿਸ਼ੇ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ, ਵਿਚਾਰ ਸਾਂਝੇ ਕਰਨਗੇ ਡਾਕਟਰ ਜਗਤਾਰ ਸਿੰਘ ਧੀਮਾਨ, ਪ੍ਰੋ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ। ਸੋ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਮਹਿਮਾਨ ਦਾ। ਸਰ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਔਰ ਮੇਰੀ ਸਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਸਰ, ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਜਿਵੇਂ ਕਹਿੰਦੇ ਹੁੰਦੇ ਡੈਫੀਨੇਸ਼ਨ ਦੇਣੀ ਹੁੰਦੀ ਹੈ, ਸਭ ਤੋਂ ਪਹਿਲਾਂ ਇੱਕ ਉਦਾਹਰਨ ਦੇਣੀ ਹੁੰਦੀ ਹੈ ਜਿਸ ਵੀ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਤਾਂ ਸਾਰਿਆਂ ਨਾਲੋਂ ਪਹਿਲਾਂ ਤਾਂ ਫਿਰ ਇਹੀ ਗੱਲ ਕਰਾਂਗੇ, ਸਹਿਣਸ਼ੀਲਤਾ ਤੇ ਸਤਿਕਾਰ ਹੈ ਕੀ ਚੀਜ਼ ਦੋਨੇ? ਬਿਲਕੁਲ, ਜਿਸ ਵੇਲੇ ਆਪਾਂ ਦੇਖਦੇ ਹਾਂ ਕਿ ਜਿਸ ਸਮਾਜ ਵਿੱਚ ਆਪਾਂ ਵਿਚਰਦੇ ਹਾਂ, ਜਿਸ ਜ਼ਿੰਦਗੀ ਦੇ ਵਿੱਚ ਆਪਾਂ ਵਿਚਰਦੇ ਹਾਂ, ਉਹਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ। ਕਈ ਸਥਿਤੀਆਂ ਤਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਡੇ ਅਨੁਕੂਲ ਹੈ, ਕਈ ਸਥਿਤੀਆਂ ਐਸੀਆਂ ਜਿਹੜੀਆਂ ਸਾਡੇ ਅਨੁਕੂਲ ਨਹੀਂ ਹੈਗੀਆਂ। ਤੇ ਜੇ ਆਪਾਂ ਪ੍ਰਤੀਕੂਲ ਸਥਿਤੀਆਂ ਜਿਹੜੀਆਂ ਸਾਡੇ ਅਨੁਕੂਲ ਨਹੀਂ ਹੈ ਉਹਨਾਂ ਨੂੰ ਵਿਚਾਰੀਏ ਔਰ ਕਹੀਏ ਕਿ ਇਸ ਤਰ੍ਹਾਂ ਹੀ ਇਹ ਹੈਗਾ ਕਿ ਉਹਨਾਂ ਨੂੰ ਆਪਾਂ ਸਹਿਣ ਕਰ ਸਕੀਏ, ਤਾਂ ਉਹ ਸਮਝ ਲਓ ਕਿ ਸਾਡੇ ਵਿੱਚ ਉਹ ਸਹਿਣਸ਼ੀਲਤਾ ਹੈ। ਸਹਿਣਸ਼ੀਲਤਾ ਦਾ ਮੋਟੇ ਤੌਰ ਦੇ ਉੱਤੇ ਮਤਲਬ ਇਹ ਹੋਏਗਾ ਕਿ ਆਪਾਂ ਦੂਸਰੇ ਦੀ ਗੱਲ ਨੂੰ ਸਹਾਰਨਾ, ਸਾਡੇ ਪ੍ਰਤੀ ਕਿਸੇ ਨੇ ਕੋਈ ਚੰਗਾ ਕੰਮ ਕੀਤਾ ਉਸ ਨੂੰ ਯਾਦ ਰੱਖਣਾ ਔਰ ਜੇ ਉਸਨੇ ਚੰਗਾ ਕੰਮ ਨਹੀਂ ਵੀ ਕੀਤਾ ਤਾਂ ਉਸਦੇ ਇਸ ਵਤੀਰੇ ਨੂੰ ਸਹਿਣ ਕਰਨਾ ਔਰ ਆਪਣਾ ਜਿਹੜਾ ਰਿਸਪੌਂਸ ਹੈ ਉਹ ਹਿਸਾਬ ਨਾਲ ਦੇਣਾ। ਇਸ ਨੂੰ ਵੀ ਸਹਿਣਸ਼ੀਲਤਾ ਕਿਹਾ ਜਾਂਦਾ। ਜੇ ਆਪਾਂ ਕੋਈ ਗੱਲ ਬਦਲ ਨਹੀਂ ਸਕਦੇ, ਉਹ ਸਾਡੇ ਕੰਟਰੋਲ 'ਚ ਨਹੀਂ ਹੈਗੀ, ਤਾਂ ਉਸ ਗੱਲ ਨੂੰ ਜਿੱਦਾਂ ਭਾਣਾ ਮੰਨਣ ਦੀ ਗੱਲ ਹੈ, ਉਹ ਉਸੇ ਨੂੰ ਇਸੇ ਤਰ੍ਹਾਂ ਹੀ ਸਵੀਕਾਰ ਕਰਨਾ, ਉਸ ਨੂੰ ਮੰਨਦਿਆਂ ਹੋਇਆਂ ਆਪਣੇ ਆਪ ਨੂੰ ਉਹਦੇ ਹਿਸਾਬ ਨਾਲ ਢਾਲ ਲੈਣਾ। ਇਹ ਵੀ ਇੱਕ ਜਿਹੜੀ ਹੈ ਸਹਿਣਸ਼ੀਲਤਾ ਦਾ ਹੀ ਇੱਕ ਫਾਰਮ ਹੈਗੀ ਹੈ। ਤਾਂ ਮੈਂ ਸਮਝਦਾ ਕਿ ਸਹਿਣਸ਼ੀਲਤਾ ਇਹੀ ਗੱਲ ਹੈ ਕਿ ਆਪਣੇ ਪ੍ਰਤੀਕੂਲ ਸਥਿਤੀਆਂ ਨੂੰ ਸਹਾਰਨਾ ਔਰ ਦੂਸਰਿਆਂ ਵੱਲੋਂ ਕਈਆਂ ਗੱਲਾਂ ਨੂੰ ਸਹਿਣ ਕਰਨਾ, ਚਾਹੇ ਉਹ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਚਾਹੇ ਨਹੀਂ ਚੰਗੀਆਂ ਲੱਗਦੀਆਂ। ਇਹ ਜਿਹੜੀ ਸਹਿਣਸ਼ੀਲਤਾ ਹੈ ਇਹ ਇੱਕ ਨਰੋਏ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਬਣਾਉਣ ਦੇ ਵਿੱਚ ਬਹੁਤ ਜ਼ਰੂਰੀ ਹੈ। ਔਰ ਤੁਸੀਂ ਬਿਲਕੁਲ ਸਹੀ ਕਿਹਾ ਕਿ ਅਜੋਕੇ ਸਮਾਜ ਦੇ ਵਿੱਚ ਸਹਿਣਸ਼ੀਲਤਾ ਜਿਹੜੀ ਹੈ ਉਹ ਦਿਨ ਪ੍ਰਤੀ ਦਿਨ ਜਿਹੜੀ ਹੈ ਘਟ ਰਹੀ ਹੈ ਔਰ ਖਾਸ ਕਰਕੇ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਹੈ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੀ ਹੈ ਔਰ ਇੱਕ ਚਿੰਤਾ ਦਾ ਵਿਸ਼ਾ ਹੈ। ਦੂਸਰੀ ਗੱਲ ਤੁਸੀਂ ਕਹੀ ਕਿ ਸਤਿਕਾਰ ਕੀ ਹੁੰਦਾ। ਸਤਿਕਾਰ ਇਹ ਹੈ ਕਿ ਆਪਣੇ ਵੱਡਿਆਂ ਦੀ ਗੱਲ ਮੰਨਣੀ, ਜੋ ਉਹਨਾਂ ਨੇ ਕਿਹਾ ਉਹਦੇ ਹਿਸਾਬ ਨਾਲ ਆਪਣੇ ਆਪ ਨੂੰ ਤਿਆਰ ਕਰਨਾ, ਆਪਣੇ ਆਪ ਉਸ ਰਸਤੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨਾ ਔਰ ਇਹ ਆ ਜਾਂਦਾ ਸਤਿਕਾਰ। ਔਰ ਐਲਡਰ ਦਾ ਸਤਿਕਾਰ ਕਰਨਾ, ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ, ਆਪਣਾ ਦੋਸਤਾਂ ਮਿੱਤਰਾਂ ਲੇਡੀਜ਼ ਦਾ ਔਰਤਾਂ ਦਾ ਸਤਿਕਾਰ ਕਰਨਾ ਔਰ ਉਹਨਾਂ ਦੀ ਭਾਵਨਾ ਦੀ ਕਦਰ ਕਰਨੀ ਔਰ ਉਹਨਾਂ ਵੱਲੋਂ ਕਈ ਗੱਲ ਨੂੰ ਸਹਾਰਦਿਆਂ ਹੋਇਆਂ ਉਸ ਦੇ ਉੱਤੇ ਚੱਲਣ ਦੀ ਜਿਹੜੀ ਹੈ ਕੋਸ਼ਿਸ਼ ਕਰਨੀ, ਇਹ ਸਤਿਕਾਰ ਆ ਜਾਂਦਾ। ਜੇ ਸਮਾਜ ਵਿੱਚ ਆਪਾਂ ਇੱਕ ਦੂਸਰੇ ਦਾ ਸਤਿਕਾਰ ਕਰਨਾ ਸਿੱਖ ਜਾਈਏ, ਇੱਕ ਦੂਸਰੇ ਦੀ ਗੱਲ ਦੇ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰੀਏ, ਤਾਂ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਵਿੱਚ ਸਹਿਣਸ਼ੀਲਤਾ ਵੀ ਆ ਜਾਏਗੀ ਔਰ ਅਸੀਂ ਆਪ ਇੱਕ ਚੰਗੇ ਇਨਸਾਨ ਬਣ ਸਕਾਂਗੇ ਔਰ ਇੱਕ ਸਮਾਜ ਜਿਹੜਾ ਸਾਡਾ ਹੈ ਉਹਦੀ ਸਿਰਜਣਾ ਇੱਕ ਵਧੀਆ ਸਮਾਜ ਦੀ ਕਰਨ ਵੱਲ ਸਾਡਾ ਉਹ ਜਿਹੜਾ ਕਦਮ ਹੈ ਉਹ ਹੋ ਸਕਦਾ ਜੀ। ਸੋ ਇਸ ਤੋਂ ਬਾਅਦ ਜੇ ਗੱਲ ਕਰੀਏ ਇਹਨਾਂ ਦੋਨਾਂ ਦਾ ਇੱਕ ਦੂਜੇ ਦੇ ਉੱਤੇ ਕੀ ਪ੍ਰਭਾਵ ਹੁੰਦਾ, ਸਤਿਕਾਰ ਤੇ ਸਹਿਣਸ਼ੀਲਤਾ ਦੀ ਜਦੋਂ ਗੱਲ ਕਰਦੇ ਹਾਂ? ਜੇ ਮੰਨ ਲਓ ਦੋ ਜਾਣੇ ਹੈਗੇ ਆ, ਦੋ ਦੋਸਤ ਹੈਗੇ ਆ, ਜੇ ਆਪਾਂ ਇੱਕ ਦੂਸਰੇ ਦੀ ਗੱਲ ਮੰਨਦੇ ਆ, ਇੱਕ ਦੂਸਰੇ ਦਾ ਸਤਿਕਾਰ ਕਰਦੇ ਆ, ਤਾਂ ਜੇ ਅਸੀਂ ਕੋਈ ਦੂਜੇ ਦੋਸਤ ਵਾਸਤੇ ਕੰਮ ਚੰਗਾ ਨਹੀਂ ਵੀ ਕੀਤਾ ਜਾਂ ਉਹਦੇ ਅਨੁਕੂਲ ਨਹੀਂ ਵੀ ਹੈ, ਤਾਂ ਸਾਡੇ ਵਿੱਚ ਸਹਿਣਸ਼ੀਲਤਾ ਵੀ ਆਏਗੀ। ਜਿੱਥੇ ਸਤਿਕਾਰ ਹੈ ਉੱਥੇ ਸਹਿਣਸ਼ੀਲਤਾ ਹੈ ਔਰ ਜਿੱਥੇ ਸਬਰ ਹੈ, ਸਬੂਰੀ ਹੈ, ਉੱਥੇ ਸਾਡੀ
ਸਹਿਨਸ਼ੀਲਤਾ ਹੈ। ਆਪਾਂ ਕਹਿੰਦੇ ਆ ਕਿ ਹਰ ਕੰਮ ਦੇ ਵਿੱਚ ਸਬਰ ਸਬੂਰੀ ਬਹੁਤ ਜ਼ਰੂਰੀ, ਔਰ ਇਸੇ ਤਰ੍ਹਾਂ ਹੀ ਸਤਿਕਾਰ ਔਰ ਸਹਿਨਸ਼ੀਲਤਾ ਨਾਲ ਹੀ ਚੱਲਦੇ ਆ। ਤੇ ਜਿੱਥੇ ਸਤਿਕਾਰ ਹੈ ਉੱਥੇ ਸਹਿਨਸ਼ੀਲਤਾ ਹੈ, ਉੱਥੇ ਸਾਡੇ ਵਿੱਚ ਸਬਰ ਹੈ, ਅਸੀਂ ਸਬੂਰੀ ਨਾਲ ਕੰਮ ਕਰਦੇ ਹਾਂ ਔਰ ਅੱਗੇ ਅਸੀਂ ਵੱਧ ਸਕਦੇ ਹਾਂ। ਤੇ ਸਹਿਨਸ਼ੀਲਤਾ ਤੇ ਸਤਿਕਾਰ ਜਿਹੜਾ ਉਹ ਨਾਲ ਚੱਲਦਾ, ਔਰ ਇਸ ਦੇ ਨਾਲ ਸਮਾਜ ਦੇ ਵਿੱਚ ਸੁਹਿਰਦਤਾ ਪੈਦਾ ਹੁੰਦੀ ਹੈ। ਇੱਕ ਚੰਗਾ ਸਮਾਜ ਜਿਹੜਾ ਉਹ ਅਸੀਂ ਸਿਰਜ ਸਕਦੇ ਹਾਂ, ਚਾਹੇ ਉਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੋਣ, ਚਾਹੇ ਉਹ ਆਮ ਰਹਿਣ ਦਾ ਸਮਾਜ ਘਰਾਂ ਦੇ ਵਿੱਚ ਜਾਂ ਘਰਾਂ ਤੋਂ ਬਾਹਰ ਆਮ ਸ਼ਹਿਰਾਂ ਦੇ ਵਿੱਚ ਰਹੇਗਾ। ਚਾਹੇ ਦੇਸ਼ਾਂ ਦੀ ਵੀ ਗੱਲ ਕਰੀਏ, ਉੱਥੇ ਵੀ ਸਹਿਨਸ਼ੀਲਤਾ ਔਰ ਸੁਹਿਰਦਤਾ ਔਰ ਇੱਕ ਦੂਸਰੇ ਦਾ ਸਤਿਕਾਰ ਜਿਹੜਾ ਹੈ ਉਹ ਬਹੁਤ ਜ਼ਰੂਰੀ ਅੰਗ ਹੁੰਦੇ ਹਨ। ਜਦੋਂ ਸਹਿਨਸ਼ੀਲਤਾ ਦੀ ਗੱਲ ਕਰਦੇ ਹਾਂ ਤਾਂ ਜਦੋਂ ਅਸੀਂ ਪੁਰਾਣੇ ਲੋਕਾਂ ਦੀ ਗੱਲ ਕਰਦੇ ਹਾਂ ਜਾਂ ਜਿਹੜੇ ਬਹੁਤ ਸਬਰ ਸੰਤੋਖ ਵਾਲੇ ਹੁੰਦੇ ਆ, ਉਹ ਕਿਸ ਤਰ੍ਹਾਂ ਦੀ ਸਹਿਨਸ਼ੀਲਤਾ ਤੇ ਕਮੀ ਕਿਸ ਚੀਜ਼ ਦੇ ਵਿੱਚ ਆ ਰਹੀ ਹੈ ਜਦੋਂ ਸਾਡੀ ਨੌਜਵਾਨ ਪੀੜ੍ਹੀ ਦੀ ਅਸੀਂ ਗੱਲ ਕਰਦੇ ਹਾਂ? ਮੈਂ ਤੁਹਾਨੂੰ ਦੱਸਦਾ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਵਿਦਿਆਰਥੀ ਹੈ ਉਹ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦੇ ਸੀ। ਅਧਿਆਪਕ ਨੇ ਜੋ ਗੱਲ ਕਹਿਣੀ ਉਸ ਦਾ ਸਤਿਕਾਰ ਕਰਨਾ। ਛੋਟੇ ਬੱਚਿਆਂ ਤੋਂ ਹੀ ਇਹ ਚੀਜ਼ ਸ਼ੁਰੂ ਹੋ ਜਾਂਦੀ ਹੈ। ਜਦੋਂ ਆਪਾਂ ਛੋਟੇ ਬੱਚੇ ਜਿਹੜੇ KG ਵਿੱਚ ਵੀ ਜਾਂਦੇ ਆ, ਜਿਹੜੀ ਉਹਨਾਂ ਦੀ ਸਕੂਲ ਦੀ ਮੈਡਮ ਹੈ, ਸਕੂਲ ਦੀ ਟੀਚਰ ਹੈ, ਉਹ ਜਿਹੜੀ ਗੱਲ ਕਹਿੰਦੀ ਹੈ ਬੱਚੇ ਉਸ ਨੂੰ ਜ਼ਿਆਦਾ ਸਵੀਕਾਰ ਕਰਦੇ ਆ, ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਢਾਲਦੇ ਆ। ਚਾਹੇ ਉਹਦੀ ਆਪਣੀ ਮਦਰ ਜਿਹੜੀ ਆ ਉਹ ਉਸਨੇ ਜੋ ਕੋਈ ਗੱਲ ਕਹੀ ਤਾਂ ਉਹਦੇ ਉੱਤੇ ਦੂਜਾ ਨੰਬਰ ਬੱਚਿਆਂ ਵਿੱਚ ਬਣਦਾ, ਕਿਉਂਕਿ ਉਹ ਸਤਿਕਾਰ ਉਹਨਾਂ ਦੇ ਮਨ ਦੇ ਵਿੱਚ ਇੱਕ ਪਿਕਚਰ ਬਣੀ ਹੁੰਦੀ ਹੈ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਨੇਕ ਔਰ ਵਧੀਆ ਜਿਹੜਾ ਇਨਸਾਨ ਹੈ ਉਹ ਇੱਕ ਅਧਿਆਪਕ ਹੈ, ਔਰ ਅਧਿਆਪਕ ਜਿਹੜਾ ਹੈ ਬੱਚਿਆਂ ਦੇ ਵਿੱਚ ਉਹ ਸੰਸਕਾਰ ਪੈਦਾ ਕਰਦਾ ਛੋਟੀ ਉਮਰ ਦੇ ਵਿੱਚ। ਉਸ ਤੋਂ ਬਾਅਦ ਜਦੋਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਆ ਜਾਂਦੇ ਆ ਤਾਂ ਜਿਹੜੇ ਟੀਚਰ ਹੈ ਉਹਨਾਂ ਦੀ ਬੱਚੇ ਜਿਹੜੇ ਗੱਲ ਮੰਨਦੇ ਆ। ਯੂਨੀਵਰਸਿਟੀਆਂ 'ਚ ਜਦੋਂ ਕੋਈ ਕੋਰਸ ਬੱਚੇ ਜਿਹੜੇ ਆ ਸਟੂਡੈਂਟਸ ਉਹ ਕੱਢਦੇ ਆ ਤੇ ਬੱਚੇ ਸਤਿਕਾਰ ਕਰਦੇ ਆ, ਲੇਕਿਨ ਜਦੋਂ ਕੋਰਸ ਨਿਕਲ ਜਾਂਦਾ ਉਦੋਂ ਬੱਚਾ ਜਿਹੜਾ ਟੀਚਰ ਦੇ ਕੋਲ ਦੀ ਲੰਘ ਜਾਂਦਾ ਔਰ ਉਹਨੂੰ ਰਿਸਪੈਕਟ ਨਹੀਂ ਕਰਦਾ, ਔਰ ਉਹ ਟੀਚਰ ਦੀ ਗੱਲ ਨੂੰ ਵੀ ਕਈ ਵਾਰੀ ਨਹੀਂ ਸਹਾਰਦੇ ਔਰ ਰਿਐਕਟਿਵ ਹੁੰਦੇ ਆ। ਤਾਂ ਮੈਂ ਸਮਝਦਾ ਕਿ ਇਹ ਜਿਹੜੀ ਕਮੀ ਹੈ ਇਹ ਆ ਰਹੀ ਹੈ ਅੱਜ ਕੱਲ ਦੇ ਨਰੋਏ ਸਮਾਜ ਵਿੱਚ, ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਵਿੱਚ। ਪਹਿਲਾਂ ਇਸ ਤਰ੍ਹਾਂ ਨਹੀਂ ਸੀ। ਪਹਿਲਾਂ ਮੈਂ ਤੁਹਾਨੂੰ ਦੱਸਦਾ, ਜੇ ਬੱਸ ਵਿੱਚ ਕੋਈ ਸਫ਼ਰ ਕਰ ਰਿਹਾ, ਜੇ ਕੋਈ ਵਿਦਿਆਰਥੀ ਜਾਂ ਨੌਜਵਾਨ ਬੈਠਾ ਆ, ਉਹਨੇ ਦੇਖਿਆ ਪਿਛਲੀ ਖਿੜਕੀ ਦੇ ਵਿੱਚੋਂ ਕੋਈ ਉਹਦਾ ਅਧਿਆਪਕ ਜਿਹੜਾ ਚੜਿਆ, ਉਹ ਸਮਝਦਾ ਸੀਗਾ ਕਿ ਮੈਂ ਉੱਠ ਜਾਵਾਂ, ਸੀਟ ਖਾਲੀ ਕਰ ਦੇਵਾਂ ਔਰ ਉਸ ਅਧਿਆਪਕ ਨੂੰ ਔਰ ਰਿਕੁਐਸਟ ਕਰਦਾ ਸੀ ਕਿ ਤੁਸੀਂ ਇੱਥੇ ਬੈਠ ਜਾਓ। ਇਹ ਇੱਕ ਸਤਿਕਾਰ ਸੀਗੀ। ਔਰ ਇਸੇ ਤਰ੍ਹਾਂ ਹੀ ਔਰਤਾਂ ਦਾ ਬਹੁਤ ਜ਼ਿਆਦਾ ਸਤਿਕਾਰ ਜਿਹੜਾ ਹੈਗਾ ਆਪਾਂ ਕਰਦੇ ਹਾਂ, ਸਾਡਾ ਸਮਾਜ ਜਿਹੜਾ ਕਰਦਾ। ਸਾਡੇ ਜਿਹੜੇ ਗੁਰੂਆਂ ਪੀਰਾਂ ਨੇ ਵੀ ਕਿਹਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜਿਹੜੇ ਰਾਜਾ ਮਹਾਰਾਜਾ ਨੂੰ ਜਨਮ ਦੇਣ ਵਾਲੀ ਜਿਹੜੀ ਔਰਤ ਹੈ ਉਹ ਇੰਨਾ ਡਿਜ਼ਰਵ ਕਰਦੀ ਹੈ, ਰਿਸਪੈਕਟ ਡਿਜ਼ਰਵ ਕਰਦੀ ਹੈ ਕਿ ਆਪਾਂ ਉਹਦਾ ਸਤਿਕਾਰ ਜਿਹੜਾ ਸਮਾਜ ਵਿੱਚ ਕਰੀਏ। ਔਰ ਔਰਤਾਂ ਦਾ ਸਤਿਕਾਰ ਜਿਹੜਾ ਹੈ, ਸਾਡੇ ਵੱਡੇ ਵਡੇਰੇ ਇਹੀ ਸੰਦੇਸ਼, ਇਹੀ ਮੈਸੇਜ ਔਰ ਇਹੀ ਨਸੀਹਤ ਸਾਡੇ ਨੌਜਵਾਨ ਬੱਚਿਆਂ ਨੂੰ ਦਿੰਦੇ ਸੀ ਕਿ ਔਰਤਾਂ ਦਾ ਜਿਹੜਾ ਹੈ ਉਹਨਾਂ ਨੂੰ ਸਤਿਕਾਰ ਦੀ ਭਾਵਨਾ ਨਾਲ ਦੇਖਿਆ ਜਾਏ, ਸਤਿਕਾਰ ਦਿੱਤਾ ਜਾਏ। ਇਹ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸੀ, ਜਿਹੜਾ ਕਿ ਅੱਜ ਕੱਲ ਦੇ ਸਮਾਜ ਦੇ ਵਿੱਚ ਕਮੀ ਦੇਖਣ ਵਿੱਚ ਆ ਰਹੀ ਹੈ। ਸਰ, ਮੈਂ ਇੱਕ ਜਿਹੜਾ ਜਨਰੇਸ਼ਨ ਗੈਪ ਕਹਿੰਦੇ ਆ ਆਪਾਂ ਜਿਹਨੂੰ, ਆਪਣੇ ਘਰ ਦੇ ਵਿੱਚ ਵੀ ਹੁਣ ਜਿਵੇਂ ਤੁਸੀਂ ਵੱਡੇ ਹੋ ਤੇ ਤੁਹਾਡੇ ਬੱਚੇ ਜਿਹੜੇ, ਦੋਵਾਂ ਦੇ ਵਿੱਚ ਕੋਈ ਫਰਕ ਦੇਖਿਆ? ਇੱਕ ਨਿੱਜੀ ਤਜਰਬਾ ਜਿਹੜਾ ਇੱਕ ਹੁੰਦਾ ਹੈ, ਜਾਂ ਆਪਦੇ ਵਿਦਿਆਰਥੀਆਂ ਦੇ ਨਾਲ ਵੀ ਅਸੀਂ ਸਾਡੇ ਅਧਿਆਪਕਾਂ ਦੇ ਨਾਲ ਕਿਵੇਂ ਗੱਲ ਕਰਦੇ ਸੀ ਤੇ ਸਾਡੇ ਵਿਦਿਆਰਥੀ ਸਾਡੇ ਨਾਲ ਕਿਵੇਂ ਗੱਲ ਕਰ ਰਹੇ ਆ, ਜਾਂ ਤੁਹਾਨੂੰ ਕਦੇ ਇਹ ਲੱਗਿਆ ਹੋਵੇ ਵੀ ਮੈਂ ਆਪਣੇ ਪਿਤਾ ਦੇ ਨਾਲ ਤਾਂ ਐਵੇਂ ਗੱਲ ਕਰਦਾ ਸੀ, ਅੱਜ ਮੇਰੇ ਬੱਚੇ ਨੇ ਮੇਰੇ ਨਾਲ ਇਹ ਗੱਲ ਕੀਤੀ? ਕੋਈ ਆਪਦਾ ਨਿੱਜੀ ਤਜਰਬਾ ਰਿਹਾ ਹੋਵੇ? ਹਾਂ, ਬਹੁਤ ਫਰਕ ਹੈ। ਮੈਂ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਅਸੀਂ ਛੋਟੇ ਬੱਚੇ ਸੀਗੇ ਤੇ ਪੇਰੈਂਟਸ ਦੀ ਬੜੀ ਰਿਗਾਰਡ ਕਰਨੀ। ਜੇ ਪੇਰੈਂਟਸ ਨੇ ਆ ਜਾਣਾ ਤਾਂ ਜੇ ਤੁਸੀਂ ਮੰਜੇ ਤੇ ਵੀ ਬੈਠੇ ਹੋ ਜਾਂ ਕੁਰਸੀ ਤੇ ਬੈਠੇ ਹੋ, ਉੱਠ ਕੇ ਖੜੇ ਹੋ ਜਾਣਾ। ਔਰ ਜਿਹੜੀ ਕਿਸੇ ਸੀਨੀਅਰ ਬੰਦੇ ਦੀ ਜਾਂ ਕਿਸੇ ਅਧਿਆਪਕ ਦੀ ਜਾਂ ਕਿਸੇ ਬਜ਼ੁਰਗ ਦੇ ਆਉਣ ਦੇ ਨਾਲ ਖੜੇ ਹੋ ਜਾਣ ਵਾਲਾ ਜਿਹੜਾ ਪ੍ਰੈਕਟਿਸ ਹੈ, ਇਹ ਇੱਕ ਸਤਿਕਾਰ ਦੀ ਭਾਵਨਾ ਹੀ ਦਰਸਾਉਂਦਾ ਹੈ। ਔਰ ਪੇਰੈਂਟਸ ਦੇ ਸਾਹਮਣੇ ਤੁਸੀਂ ਇਸ ਤਰ੍ਹਾਂ ਗੱਲ ਕਰਨੀ ਕਿ ਪੂਰੇ ਰਿਸਪੈਕਟਫੁਲ ਸ਼ਬਦਾਵਲੀ ਜਿਹੜੀ ਉਹਦਾ ਇਸਤੇਮਾਲ ਕਰਨਾ। ਔਰ ਬਜ਼ੁਰਗ ਚਾਹੇ ਪਿੰਡ ਦਾ ਕੋਈ ਵੀ ਹੋਵੇ, ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ। ਔਰ ਘਰ ਕੋਈ ਮਹਿਮਾਨ ਜਿਹੜਾ ਆਉਂਦਾ, ਜੇ ਕੋਈ ਐਲਡਰਲੀ ਆ ਤੇ ਉਹਦੇ ਪੈਰੀਂ ਹੱਥ ਲਾਉਣਾ ਔਰ ਆਪਣੇ ਪੇਰੈਂਟਸ ਨੂੰ ਪੂਰਾ ਸਤਿਕਾਰ ਦੇਣਾ। ਉਸ ਵੇਲੇ ਤਾਂ ਇਸ ਤਰ੍ਹਾਂ ਦਾ ਮਾਹੌਲ ਸੀਗਾ। ਔਰ ਅੱਜ ਕੱਲ ਤੁਸੀਂ ਦੇਖਦੇ ਆ ਕਿ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ 'ਚ ਆਪਾਂ ਪੜ੍ਹਦੇ ਆ, ਪੇਰੈਂਟਸ ਦੇ ਨਾਲ ਲੋਕਾਂ ਦੇ ਝਗੜੇ ਆ, ਸੈਪਰੇਸ਼ਨ ਹੈ, ਲੜਾਈ ਝਗੜਾ ਬਹੁਤ ਜ਼ਿਆਦਾ, ਕਸ਼ੀਦਗੀ ਵਧੀ ਹੋਈ ਹੈ। ਇਹ ਸਾਰੀ ਸਤਿਕਾਰ ਦੇ ਵਿੱਚ ਔਰ ਜਿਹੜੀ ਉਹ ਟੋਲਰੈਂਸ ਦੇ ਵਿੱਚ ਕਮੀ ਜਿਹੜੀ ਆ ਗਈ ਹੈ, ਉਹ ਉਸੇ ਦੀ ਵਜ੍ਹਾ ਦੇ ਨਾਲ ਹੈ। ਔਰ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਹੈਗੇ ਆ ਵਿਦਿਆਰਥੀ ਹੈ, ਉਹ ਇੰਨਾ ਜ਼ਿਆਦਾ ਟੀਚਰ ਦੀ ਰਿਸਪੈਕਟ ਕਰਦੇ ਸੀ। ਆਪਣੀ ਜਿਹੜੀ ਹਿਸਟਰੀ ਹੈ, ਜਿੱਦਾਂ ਆਪਾਂ ਏਕਲਵਯ ਦੀ ਕਹਾਣੀ ਦਿੰਦੇ ਆ, ਜਦੋਂ ਉਹ ਉਸ ਨੂੰ ਦਕਸ਼ਨਾ ਮੰਗੀ ਗਈ ਤੇ ਉਸਨੇ ਆਪਣਾ ਅੰਗੂਠਾ ਹੀ ਕੱਟ ਕੇ ਦਿੱਤਾ। ਕੋਈ ਕਿੰਤੂ ਪਰੰਤੂ ਨਹੀਂ, ਕੋਈ ਦਿਮਾਗ 'ਚ ਸੋਚ ਨਹੀਂ। ਜੋ ਟੀਚਰ ਨੇ ਕਹਿਤਾ, ਜੋ ਉਹਦੀ ਡਿਮਾਂਡ ਆ ਉਹ ਪੂਰੀ ਕਰਨੀ, ਪੂਰੇ ਸਤਿਕਾਰ ਦੇ ਨਾਲ, ਪੂਰੀ ਸਦਭਾਵਨਾ ਦੇ ਨਾਲ, ਪੂਰੀ ਰਿਸਪੈਕਟ ਦੇ ਨਾਲ। ਤਾਂ ਮੈਂ ਸਮਝਦਾ ਕਿ ਇੱਕ ਸਭ ਤੋਂ ਵੱਡੀ ਮਿਸਾਲ ਹੈ ਇੱਕ ਸਤਿਕਾਰ ਦੀ ਔਰ ਇੱਕ ਟੋਲਰੈਂਸ ਦੀ, ਕਿ ਕੋਈ ਵੀ ਕੰਮ ਚਾਹੇ ਗੁਰੂ ਨੇ ਕਿਹਾ ਉਸ ਨੂੰ ਟੋਲਰੇਟ ਜਿਹੜਾ ਉਹ ਕੀਤਾ ਜਾਣਾ। ਇਹ ਪੁਰਾਣੇ ਸਮੇਂ 'ਚ ਤਾਂ ਇਸ ਤਰ੍ਹਾਂ ਸੀ। ਅੱਜ ਕੱਲ ਦੇ ਸਮੇਂ ਦੇ ਵਿੱਚ ਆਮ ਲੜਾਈਆਂ ਜਿਹੜੀਆਂ, ਉਹਦਾ ਮੁੱਢਲਾ ਕਾਰਨ ਦੇਖੋ ਸਮਾਜ ਦੇ ਵਿੱਚ, ਉਹ ਮੁੱਢਲਾ ਕਾਰਨ ਇਹੀ
ਹੁੰਦਾ ਕਿ ਇਸ ਨੇ ਮੈਨੂੰ ਆਹ ਗੱਲ ਕਹੀ, ਮਤਲਬ ਵੀ ਟੋਲਰੇਟ ਨਹੀਂ ਕੀਤੀ। ਘਰਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਟੀਵੀ ਸੀਰੀਅਲ ਵੀ ਕਈ ਤਰ੍ਹਾਂ ਦੇ ਤੁਸੀਂ ਦੇਖਦੇ ਆ, ਕਿਸੇ ਨੇ ਕੋਈ ਗੱਲ ਕੀਤੀ ਔਰ ਦੂਸਰੇ ਨੇ ਸਹਿਣ ਨਹੀਂ ਕੀਤੀ, ਲੜਾਈ ਝਗੜਾ ਹੋ ਗਿਆ। ਔਰ ਇਸੇ ਤਰ੍ਹਾਂ ਹੀ ਸਾਡੇ ਸਮਾਜ ਦੇ ਵਿੱਚ ਨੂੰਹ ਸੱਸ ਦਾ ਜਿਹੜਾ ਝਗੜਾ ਆਮ ਹੁੰਦਾ ਰਹਿੰਦਾ। ਜੇ ਸੱਸ ਜਿਹੜੀ ਆ ਉਹ ਇਸ ਗੱਲ ਨੂੰ ਸਮਝੇ ਵੀ ਜਿਹੜੀ ਨੂੰਹ ਆ ਮੇਰੀ ਧੀ ਆ, ਜਿਹੜੇ ਮੇਰੇ ਘਰ ਰਹਿਣਾ ਸਾਰੀ ਉਮਰ, ਜਿਹੜੀ ਨੂੰਹ ਆਈ ਆ ਉਸਨੇ ਸਮਝਣਾ ਕਿ ਇਹ ਜਿਹੜੀ ਮੇਰੀ ਸੱਸ ਹੈ ਮੇਰੀ ਮਾਂ ਆ, ਪੂਰਾ ਉਹ ਦੋਨਾਂ ਪਾਸਿਓਂ ਇੱਕ ਦੂਸਰੇ ਦਾ ਸਤਿਕਾਰ ਹੋਵੇ, ਇੱਕ ਦੂਸਰੇ ਨੂੰ ਪਿਆਰ ਮਿਲੇ ਔਰ ਇੱਕ ਦੂਸਰੇ ਦੇ ਪ੍ਰਤੀ ਟੋਲਰੈਂਸ ਹੋਵੇ, ਤਾਂ ਮੈਂ ਸਮਝਦਾ ਘਰ ਦੇ ਵਿੱਚ ਵੀ ਇੱਕ ਮਾਹੌਲ ਜਿਹੜਾ ਬਹੁਤ ਵਧੀਆ ਸੁਖਾਵਾਂ ਜਿਹੜਾ ਬਣ ਜਾਂਦਾ। ਇਸੇ ਤਰ੍ਹਾਂ ਹੀ ਹਰ ਪਹਿਲੂ ਦੇ ਵਿੱਚ ਆਪਾਂ ਜਿਹੜੇ ਇੱਕ ਗੈਪ ਹੈਗਾ ਹੈਵ ਤੇ ਹੈਵ ਨੋਟਸ ਦਾ, ਜਿਹੜੇ ਹੈਵ ਹੈ ਉਹ ਦੂਸਰੇ ਦੇ ਉੱਤੇ ਆਪਣੀ ਧੌਂਸ ਜਮਾਉਂਦੇ ਆ। ਇਹ ਧੌਂਸ ਜਮਾਉਣਾ ਵੀ ਗਲਤ ਹੈ ਔਰ ਜੇ ਕੋਈ ਧੌਂਸ ਜਮਾਉਂਦਾ ਤੇ ਉਸ ਨੂੰ ਸਹਿਣ ਕਰਨਾ ਵੀ ਗਲਤ ਹੈ। ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਇਹ ਕਿਹਾ ਸੀਗਾ ਕਿ ਨਾ ਭੈ ਦੇਤ ਨਾ ਭੈ ਮਾਨ, ਭੈ ਕਾ ਕਹੂ ਕੋ ਦੇਤ ਨਹੀਂ, ਨਾ ਭੈ ਮਾਨਤ ਆਣ। ਬਈ ਕਿਸੇ ਦਾ ਆਪਾਂ ਭੈ ਨਾ ਮੰਨੀਏ, ਨਾ ਕਿਸੇ ਨੂੰ ਭੈ ਦਈਏ। ਤਾਂ ਮੈਂ ਸਮਝਦਾ ਕਿ ਹਰ ਚੀਜ਼ ਨੂੰ ਸਹਿਣ ਕਰਨਾ ਵੀ ਚੰਗਾ ਨਹੀਂ। ਦੇਖੋ ਜਿਹੜੀ ਚੰਗੀ ਗੱਲ ਆ ਉਸ ਨੂੰ ਸਹਿਣ ਕਰੀਏ। ਔਰ ਕਹਿੰਦੇ ਆ ਨਾ, ਇੱਕ ਕਹਾਵਤ ਹੈ, ਇਹ ਕੈਮਲ ਕੈਨ ਟੋਲਰੇਟ ਏ ਹੈਵੀ ਲੋਡ ਬਟ ਨਾਟ ਏ ਕੁਕਡ ਰੋਪ। ਤੇ ਜਿਹੜਾ ਊਠ ਹੈ ਉਹ ਉਸ ਉੱਤੇ ਜਿੰਨਾ ਮਰਜ਼ੀ ਭਾਰ ਲੱਦ ਲਓ, ਉਹ ਸਹਿਣ ਕਰ ਲੈਂਦਾ। ਉਹਨੂੰ ਪਤਾ ਵੀ ਇਹ ਮੇਰਾ ਕਿੱਤਾ ਹੈ, ਮੇਰਾ ਕੰਮ ਹੈ ਔਰ ਉਸ ਦੀ ਡਿਊਟੀ ਹੈ। ਤੇ ਜੇ ਉਸ ਨੂੰ ਕੋਈ ਬਹੁਤ ਤਿੱਖੀ ਕੰਡਿਆਂ ਵਾਲੀ ਹੋਰ ਰੱਸੀ ਦੇ ਨਾਲ ਬੰਨਿਆ ਜਾਏ ਜਾਂ ਮਾਰਿਆ ਜਾਏ ਰੱਸੀ ਨਾਲ, ਤਾਂ ਮੈਂ ਸਮਝਦਾ ਕਿ ਉਹ ਇਸ ਚੀਜ਼ ਨੂੰ ਟੋਲਰੇਟ ਨਹੀਂ ਕਰੇਗਾ। ਇਹ ਪਰਮਾਤਮਾ ਨੇ ਅੰਦਰ ਇਨਸਟਿੰਕਟ ਤਾਂ ਸਾਰਿਆਂ 'ਚ ਬਖਸ਼ੀ ਹੈ, ਆਪਾਂ ਉਹ ਤੋਂ ਡੇਵੀਏਟ ਹੋ ਜਾਂਦੇ ਆ, ਆਪਾਂ ਟੋਲਰੈਂਸ ਦੀ ਵੈਲਿਊ ਨਹੀਂ ਸਮਝਦੇ, ਆਪਾਂ ਉਸ ਚੀਜ਼ ਨੂੰ ਛੱਡਦੇ ਆ ਔਰ ਅੱਜ ਕੱਲ੍ਹ ਦੇ ਸਮਾਜ 'ਚ ਇਹੀ ਚੀਜ਼ ਜਿਹੜੀ ਹੈ ਉਹ ਹੋ ਰਹੀ ਹੈ। ਸੋ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਵੀ ਨਾਲ ਜਾਰੀ ਰੱਖਾਂਗੇ, ਤੁਹਾਡੀ ਪਸੰਦ ਦਾ ਗੀਤ ਵੀ ਸੁਣਾਂਗੇ। ਸੋ ਕਿਹੜਾ ਗੀਤ ਤੁਸੀਂ ਸੁਣਨਾ ਚਾਹੋਗੇ? ਇਹ ਡਾਕਟਰ ਜਗਤਾਰ ਇੱਕ ਬਹੁਤ ਅੱਛੇ ਪੋਇਟ ਹੋਏ ਹੈ ਤੇ ਉਹਨਾਂ ਦਾ ਇੱਕ ਕਵਿਤਾ ਲਿਖੀ ਹੈ ਸਲੀਬਾਂ, ਤੇ ਉਹ ਸਲੀਬਾਂ ਜੇ ਤੁਸੀਂ ਸੁਣਾ ਦਿਓ ਤਾਂ ਮੈਂ ਸਮਝਦਾ ਕਿ ਬਹੁਤ ਅੱਛਾ ਹੋਏਗਾ। ਔਰ ਉਸ ਦੇ ਵਿੱਚ ਵੀ ਸੰਦੇਸ਼ ਇਹ ਹੈ ਕਿ ਕਿੰਨੀਆਂ ਔਕੜਾਂ ਆਈਆਂ, ਹਰ ਮੋੜ ਦੇ ਉੱਤੇ ਪਹਿਰੇ ਲੱਗੇ ਰਹੇ, ਫਿਰ ਵੀ ਅਸੀਂ ਆਪਣਾ ਜੇਰਾ ਨਹੀਂ ਛੱਡਿਆ ਔਰ ਆਪਾਂ ਅੱਗੇ ਵੱਧਦੇ ਹੀ ਗਏ। ਤੇ ਉਹ ਸਲੀਬਾਂ ਵਾਲਾ ਗੀਤ ਜੇ ਸੁਣਾ ਦਿਓ ਤਾਂ ਬੜੀ ਮਿਹਰਬਾਨੀ। ਤੇ ਸਲੀਬਾ ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਵੇਖ ਜੇਰਾ। ਹਰ ਮੋੜ ਤੇ ਸਲੀਬਾ ਹਰ ਪੈਰ ਤੇ ਹਨੇਰਾ, ਹਰ ਪੈਰ ਤੇ ਹਰ ਪੈਰ ਤੇ ਹਨੇਰਾ, ਹਰ ਪੈਰ ਤੇ ਹਨੇਰਾ। ਪੈਰਾਂ 'ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ, ਕਿਉਂ ਵੇਖ ਵੇਖ ਉੱਡਦਾ
लख शुक्र है कि आया, लख शुक्र है कि आया महबूब अंत मेरा। हर मोड़ ते सलीबा, हर पैर ते हनेरा, हर मोड़ ते सलीबा, हर पैर ते हनेरा, हर पैर ते हनेरा। ਗੀਤ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਮਹਿਮਾਨ ਡਾਕਟਰ ਜਗਤਾਰ ਸਿੰਘ ਧੀਮਾਨ, ਪ੍ਰੋ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਤੇ ਵਿਸ਼ਾ ਜੀ ਸਾਡੇ ਪ੍ਰੋਗਰਾਮ ਸੰਵਾਦ ਦਾ ਨੌਜਵਾਨਾਂ ਵਿੱਚ ਸਹਿਣਸ਼ੀਲਤਾ ਤੇ ਸਤਿਕਾਰ ਦੀ ਘਟ ਰਹੀ ਭਾਵਨਾ, ਚਿੰਤਾ ਦਾ ਵਿਸ਼ਾ। ਤੇ ਅਗਲੀ ਸਰ ਜਿਹੜੀ ਮੈਂ ਗੱਲ ਕਰੂੰਗੀ, ਇੱਕ ਸੰਪੂਰਨ ਸ਼ਖਸੀਅਤ ਜਿਹਨੂੰ ਕਹਿੰਦੇ ਆ, ਇੱਕ ਪ੍ਰਭਾਵੀ ਵਿਅਕਤੀਤਵ ਲਈ ਕੀ ਯੋਗਦਾਨ ਹੈ ਸਤਿਕਾਰ ਦਾ ਤੇ ਸਹਿਣਸ਼ੀਲਤਾ ਦਾ? ਬਿਲਕੁਲ, ਜਿਹੜਾ ਵੀ ਵਿਅਕਤੀ ਚਾਹੁੰਦਾ ਕਿ ਮੈਂ ਇੱਕ ਚੰਗਾ ਨੇਕ ਇਨਸਾਨ ਬਣਾ, ਉਸ ਦੇ ਵਿੱਚ ਸਬਰ ਹੋਣਾ ਚਾਹੀਦਾ, ਉਹ 'ਚ ਸਬੂਰੀ ਹੋਣੀ ਚਾਹੀਦੀ, ਉਹ ਮਿਹਨਤੀ ਹੋਣੀ ਚਾਹੀਦੀ ਹੈ, ਔਰ ਉਸ ਦੇ ਵਿੱਚ ਜਿਹੜੀ ਇੱਕ ਦੂਸਰੇ ਦੀ ਗੱਲ ਨੂੰ ਟੋਲਰੇਟ ਕਰਨ ਦੀ ਜਿਹੜੀ ਭਾਵਨਾ ਹੋਣੀ ਚਾਹੀਦੀ ਹੈ, ਔਰ ਰਿਸਪੈਕਟ ਉਹਦੇ ਵਿੱਚੋਂ ਜਿਹੜੀ ਹੈ ਉਹ ਨਿਕਲਣੀ ਚਾਹੀਦੀ ਹੈ। ਤੇ ਇਹ ਸਾਰੇ ਗੁਣ ਹੈ ਜਿਹੜਾ ਕਿ ਇੱਕ ਇਨਸਾਨ ਨੂੰ ਇੱਕ ਚੰਗਾ ਇਨਸਾਨ ਬਣਾਉਣ ਦੇ ਵਿੱਚ ਮਦਦ ਕਰੇਗੀ। ਔਰ ਉਹ ਜੇ ਕਿਸੇ ਨੇ ਵੀ ਕੋਈ ਪ੍ਰਾਪਤੀ ਕਰਨੀ ਹੈ, ਉਹ ਪ੍ਰਾਪਤੀ ਤਾਂ ਹੀ ਹੋ ਸਕਦੀ ਹੈ ਜੇ ਸਾਰੇ ਉਹਦੇ 'ਚ ਇਹ ਗੁਣ ਹੋਣ। A man who can't tolerate small misfortunes can never accomplish great things। ਜੇ ਉਸਨੇ ਮਹਾਨ ਬਣਨਾ ਤਾਂ ਉਹਨੂੰ ਛੋਟੀਆਂ-ਛੋਟੀਆਂ ਮੁਸ਼ਕਲਾਂ ਦਾ ਸਹਿਨਸ਼ੀਲਤਾ ਉਹਦੇ ਪ੍ਰਤੀ ਹੋਣੀ ਚਾਹੀਦੀ ਹੈ, ਔਰ ਆਪਣੇ ਆਪ 'ਚੋਂ ਗੁਣ ਲਿਆਉਣੇ ਚਾਹੀਦੇ ਆ ਜਿਨ੍ਹਾਂ ਦੇ ਵਿੱਚ ਡਿਵੋਸ਼ਨ ਹੋਵੇ, ਡੈਡੀਕੇਸ਼ਨ ਹੋਵੇ, ਡਿਟਰਮੀਨੇਸ਼ਨ ਹੋਵੇ, ਡਿਸਪਲਿਨ ਹੋਵੇ, ਡਿਲੀਜੈਂਸ ਹੋਵੇ। ਇਹ ਤਾਂ ਹੀ ਹੋ ਸਕਦੀ ਜੇ ਉਹਨੂੰ ਚੰਗਾ ਇੱਕ ਮਾਹੌਲ ਮਿਲੇ। ਚੰਗੇ ਮਾਹੌਲ ਲਈ ਇੱਕ ਦੂਸਰੇ ਪ੍ਰਤੀ ਜਿਹੜੀ ਸੁਹਿਰਦਤਾ, ਸਤਿਕਾਰ ਔਰ ਸਹਿਨਸ਼ੀਲਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਛੋਟੇ ਬੱਚਿਆਂ ਦੀ ਗੱਲ ਕਰਦੇ ਹਾਂ, ਕਈ ਵਾਰੀ ਹੁਣ ਕੀ ਹੈ, ਸਾਡੇ ਜਿਹੜੇ ਨੌਕਰੀ ਪੇਸ਼ਾ ਨੇ, ਮਾਵਾਂ ਵੀ, ਕਿਉਂਕਿ ਕਮਾਈ ਦਾ ਸਾਧਨ ਜਿਹੜਾ ਸਾਰਿਆਂ ਨੂੰ ਚਾਹੀਦਾ ਹੁੰਦਾ, ਸੋ ਸਮਾਜ ਬੇਸ਼ੱਕ ਬਹੁਤ ਅੱਗੇ ਵੱਧ ਚੁੱਕਿਆ ਤੇ ਅਸੀਂ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ। ਛੋਟੇ ਬੱਚੇ ਜਿਹੜੇ ਹੁੰਦੇ ਆ, ਖਾਸ ਕਰਕੇ ਮਾਂ ਦਾ ਬਹੁਤ ਸਮਾਂ ਬੱਚਿਆਂ ਨੂੰ ਚਾਹੀਦਾ ਹੁੰਦਾ। ਸੋ ਇਹਨਾਂ ਰੁਝੇਵਿਆਂ ਦੇ ਵਿੱਚ ਸਾਨੂੰ ਸਾਡੇ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਕਿ ਇਹ ਬਚਪਨ ਤੋਂ ਇਹ ਗੁਣ ਜਿਹੜੇ ਪੈਦਾ ਕੀਤੇ ਜਾ ਸਕਦੇ ਆ ਬੱਚਿਆਂ ਦੇ ਵਿੱਚ। ਬਿਲਕੁਲ, ਜਿਹੜੀ ਇਨਸਾਨ ਦੀ ਜ਼ਿੰਦਗੀ ਦੀ ਜਿਹੜੀ ਨੀਮ ਹੈ ਉਹ ਬਚਪਨ 'ਚ ਹੀ ਰੱਖੀ ਜਾਂਦੀ ਹੈ। ਖਾਸ ਕਰਕੇ ਜਦੋਂ ਬੱਚਾ ਬਹੁਤ ਛੋਟਾ ਹੁੰਦਾ, ਉਸੇ ਵੇਲੇ ਤੋਂ ਹੀ ਉਹਦੀ ਗ੍ਰਹਿਣ ਸ਼ਕਤੀ ਬਹੁਤ ਹੁੰਦੀ ਹੈ, ਉਹਦੀ ਲਰਨਿੰਗ ਕੈਪੈਸਿਟੀ ਬਹੁਤ ਹੁੰਦੀ ਹੈ, ਔਰ ਆਲਾ ਦੁਆਲਾ ਉਹ ਦੇਖਦਾ, ਮਾਹੌਲ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਦਾ। ਜਿਹੜੀ ਮਾਂ ਹੈ ਉਹਦਾ ਸਭ ਤੋਂ ਪਹਿਲਾ ਟੀਚਰ ਹੈ, ਔਰ ਮਾਂ ਜਿਹੜੀ ਹੈ ਉਸਨੂੰ ਜਿਹੜੀਆਂ ਚੰਗੇ ਸੰਸਕਾਰ ਜਿਹੜੇ ਘਰ 'ਚ ਦੇ ਸਕਦੀ ਹੈ, ਤੇ ਉਹਦੇ ਨਾਲ ਬੱਚੇ ਦੀ ਸਾਰੀ ਉਮਰ ਉਸ ਤਰ੍ਹਾਂ ਦਾ ਉਹ ਬਣ ਜਾਂਦਾ ਹੈ। ਤੇ ਜਿਹੜੀ ਮਾਂ ਹੈ, ਜੇ ਦੋ ਬੱਚੇ ਆ ਉਹਦੇ, ਔਰ ਇੱਕ ਬੱਚੇ ਦੇ ਸਾਹਮਣੇ ਦੂਸਰੇ ਨੂੰ ਜਿਹੜਾ ਡਾਂਟਣਾ ਜਾਂ ਉਹਦੇ ਜਿਹੜੇ ਚੰਗੇ ਗੁਣ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕਰਨਾ, ਤਾਂ ਉਹ ਦੂਸਰੇ ਬੱਚੇ ਤੇ ਉਹਦਾ ਪ੍ਰਭਾਵ ਪੈਂਦਾ। ਹਮੇਸ਼ਾ ਹੀ ਛੋਟੇ ਬੱਚਿਆਂ ਦੇ ਜਿਹੜੇ ਪ੍ਰਤਿਭਾ ਉਜਾਗਰ ਕਰਨ ਲਈ ਉਹਨਾਂ ਦੇ ਜਿਹੜੇ ਚੰਗੇ ਗੁਣ ਹੈ ਉਹਨਾਂ ਨੂੰ ਉਜਾਗਰ ਕਰੋ। ਇੱਕ ਦੂਸਰੇ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਨੂੰ ਨਾ ਉਤਪੰਨ ਹੋਣ ਦਿਓ, ਔਰ ਉਹਨਾਂ ਨੂੰ ਚੰਗੀਆਂ ਕਹਾਣੀਆਂ ਸੁਣਾਓ, ਉਹਨਾਂ ਨੂੰ ਚੰਗੀਆਂ ਗੱਲਾਂ ਦੇ ਨਾਲ ਜੋੜੋ, ਔਰ ਉਹਨਾਂ ਨੂੰ ਆਪਣੇ ਬਜ਼ੁਰਗਾਂ ਦੇ ਨਾਲ ਇੰਟਰੈਕਟ ਕਰਨ ਦਿਓ। ਕੁਦਰਤ ਦੇ ਨਾਲ ਜਿਹੜਾ ਉਹਨਾਂ ਦਾ ਤਾਲਮੇਲ ਜਿਹੜਾ ਬਣਾਉਣ ਦੇ ਵਿੱਚ ਕੋਸ਼ਿਸ਼ ਕਰੋ। ਹਰ ਚੀਜ਼ ਤੋਂ ਬੱਚਾ ਜਿਹੜਾ ਸਿੱਖਦਾ, ਔਰ ਕਹਿੰਦੇ ਆ ਕਿ ਨਜ਼ਰ ਤੇ ਨਜ਼ਰੀਆ ਦੋ ਚੀਜ਼ਾਂ ਹੁੰਦੀਆਂ, ਔਰ ਜੇ ਨਜ਼ਰ ਦੇ ਵਿੱਚ ਚੰਗੀਆਂ ਗੱਲਾਂ ਆ ਜਾਣ ਤਾਂ ਇਨਸਾਨ ਦਾ ਨਜ਼ਰੀਆ ਵੀ ਜਿਹੜਾ ਬਚਪਨ ਤੋਂ ਹੀ ਚੰਗੇਰਾ ਬਣ ਜਾਂਦਾ, ਔਰ ਇਸੇ ਤਰ੍ਹਾਂ ਹੀ ਉਹਦੀ ਨੀਤ ਜਿਹੜੀ ਹੈ ਉਸ ਤਰ੍ਹਾਂ ਦੀ ਜਿਹੜੀ ਉਸ 'ਚ ਵਿਕਸਿਤ ਹੁੰਦੀ ਹੈ। ਔਰ ਜਿਸ ਤਰ੍ਹਾਂ ਦੀ ਨੀਤ ਇਨਸਾਨ ਦੀ ਬਣ ਜਾਵੇ, ਔਰ ਉਸੇ ਤਰ੍ਹਾਂ ਦਾ ਉਹ ਨੀਤੀਵਾਨ ਬਣ ਜਾਂਦਾ, ਉਸੇ ਤਰ੍ਹਾਂ ਦੀਆਂ ਨੀਅਤ ਜਿਹੜੀ ਤੋਂ ਨੀਤੀ ਉਹਦੀ ਜਿਹੜੀ ਹੈ ਬਣਨ ਦੇ ਵਿੱਚ ਜਿਹੜਾ ਉਹ ਅੱਗੇ ਵੱਧਦਾ। ਤਾਂ ਇਹ ਛੋਟੀਆਂ ਗੱਲਾਂ, ਪਰ ਇਹਨਾਂ ਦੇ ਜਿਹੜੇ ਵੱਡੇ ਮਤਲਬ ਹੈਗੇ ਆ, ਔਰ ਛੋਟੀ ਉਮਰੇ ਹੀ ਇਨਸਾਨ ਨੂੰ ਇਹਨਾਂ ਦੇ ਲੜ ਲਾਉਣ ਦੀ ਪੇਰੈਂਟਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਧਿਆਪਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਉਹ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੁਚਾਰੂ ਸੋਚ ਅਪਣਾ ਸਕਣ, ਸਹਿਨਸ਼ੀਲਤਾ, ਸੁਹਿਰਦਤਾ ਤੇ ਇਸ ਵੱਲ ਆਪਣੇ ਆਪ ਨੂੰ ਜੋੜ ਸਕਣ, ਔਰ ਵਧੀਆ ਇਨਸਾਨ ਬਣ ਕੇ ਸਮਾਜ ਦੀ ਜਿਹੜੀ ਉਹ ਸੇਵਾ ਕਰ ਸਕਣ। ਹਾਂਜੀ, ਅਕਸਰ ਹੀ ਘਰਾਂ ਦੇ ਵਿੱਚ ਇਹ ਵੀ ਦੇਖਿਆ ਜਾਂਦਾ, ਵੈਸੇ ਤਾਂ ਹੁਣ ਸਿੰਗਲ ਫੈਮਿਲੀ ਹੁੰਦੀ ਹੈਗੀ ਆ, ਬੱਚਿਆਂ ਦੇ ਕੋਲੇ ਦਾਦਾ ਦਾਦੀ ਰਹਿੰਦੇ ਹੀ ਨਹੀਂ। ਅਗਰ ਜੇ ਘਰ ਦੇ ਵਿੱਚ ਹੈਗੇ ਵੀ ਆ ਦਾਦਾ ਦਾਦੀ, ਤਾਂ ਬਹੁਤ ਸਾਰੀਆਂ ਮਾਵਾਂ ਨੂੰ ਮਤਲਬ ਇਹ ਚੰਗਾ ਨਹੀਂ ਲੱਗਦਾ ਹੁੰਦਾ ਵੀ ਬੱਚੇ ਜਿਹੜੇ ਦਾਦਾ ਦਾਦੀ ਕੋਲੇ ਜਾਣ, ਜਾਂ ਤਾਂ ਉਹ ਆਪਦੇ ਆਪ ਨੂੰ ਜ਼ਿਆਦਾ ਅਗਾਂਹ ਵਧੂ ਸਮਝਦੇ ਆ ਵੀ ਸਾਡੇ ਬੱਚਿਆਂ ਨੂੰ ਉਹ ਪੁਰਾਣੀਆਂ ਗੱਲਾਂ ਸਿਖਾ ਰਹੇ ਆ। ਉਹਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਸਾਡੇ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਣਾ ਬੱਚਿਆਂ ਨੂੰ। ਅਕਸਰ ਹੀ ਮੈਂ ਘਰਾਂ ਦੇ ਵਿੱਚ ਵੇਖਣੀ ਆ ਵੀ ਬੱਚੇ ਨੂੰ ਪੰਜਾਬੀ ਕਿਉਂ ਸਿਖਾਈ ਜਾਂਦੀ ਆ। ਸਭ ਤੋਂ ਵੱਡੀ ਜਿਹੜੀ ਇੱਕ ਦੁੱਖ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਸਾਡੀ ਮਾਂ ਬੋਲੀ ਨੂੰ ਇਹ ਗੱਲ ਕਹਿੰਦੇ ਹੈਗੇ। ਔਰ ਮੈਂ ਆਪਣੀ ਨਿੱਜੀ ਤਜਰਬੇ 'ਚ
ਵਿੱਚੋਂ ਇਹ ਗੱਲ ਬਹੁਤ ਵਾਰੀ ਘਰਾਂ ਦੇ ਵਿੱਚ ਦੇਖੀ ਹੈ ਵੀ ਜੇ ਦਾਦੇ ਦਾਦੀ ਨੇ ਬੱਚੇ ਨੂੰ ਊੜਾ ਆੜਾ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਮਤਲਬ ਇਹ ਝਗੜਾ ਹੁੰਦਾ ਵੀ ਮੇਰੇ ਬੱਚੇ ਨੂੰ ਪੰਜਾਬੀ ਤੁਸੀਂ ਕਿਉਂ ਸਿਖਾ ਰਹੇ ਹੋ। ਮਨਪ੍ਰੀਤ ਜੀ, ਇਹ ਗੱਲ ਤਾਂ ਤੁਸੀਂ ਜਿਹੜੀ ਕੀਤੀ ਹੈ ਅੱਜ ਸਮਾਜ ਦੇ ਵਿੱਚ ਇਹ ਆਮ ਤੌਰ ਦੇ ਉੱਤੇ ਇਹਦੇ ਬਾਰੇ ਚਰਚਾ ਕੀਤੀ ਜਾਂਦੀ ਹੈ, ਔਰ ਆਪਾਂ ਗੱਲ ਕਰਦੇ ਹਾਂ ਕਿ ਸੁਹਿਰਦਤਾ, ਸਤਿਕਾਰ ਔਰ ਸਹਿਨਸ਼ੀਲਤਾ ਦੇ ਵਿੱਚ ਆ ਰਹੀ ਕਮੀ, ਇਹ ਗੱਲ ਵੀ ਇਹ ਚੀਜ਼ ਦਰਸਾਉਂਦੀ ਹੈ ਕਿ ਸਮਾਜ ਵਿੱਚ ਕਮੀ ਆ ਗਈ ਹੈ। ਔਰ ਸਾਡੇ ਜਿਹੜੀ ਨੌਜਵਾਨ ਇੱਕ ਲੇਡੀ ਹੈ ਜਿਹਦਾ ਛੋਟਾ ਬੱਚਾ ਆ, ਉਹਨੂੰ ਇਹ ਸਮਝਣਾ ਚਾਹੀਦਾ ਕਿ ਇੱਕ ਵੱਡੇ ਦਰਖਤ ਥੱਲੇ ਛੋਟੇ ਬੂਟੇ ਰਹਿਣ ਤਾਂ ਜ਼ਿਆਦਾ ਉਹ ਚੰਗੀ ਤਰ੍ਹਾਂ ਪਨਪ ਸਕਦੇ ਆ, ਤੇ ਜੇ ਵੱਡਿਆਂ ਤੋਂ ਆਪਾਂ ਚੰਗੀਆਂ ਗੱਲਾਂ ਸਿੱਖ ਸਕਦੇ ਆ। ਐਕਸਪੀਰੀਅੰਸ ਜਿਹਨੂੰ ਤਜਰਬਾ ਕਹਿੰਦੇ ਆ ਜ਼ਿੰਦਗੀ ਦਾ, ਉਹ ਤਜਰਬਾ ਦਾ ਕੋਈ ਮੁਕਾਬਲਾ ਨਹੀਂ। ਇੱਕ ਇਨਸਾਨ ਨੇ ਜੋ ਸਾਰੀ ਉਮਰ 'ਚ ਤਜਰਬੇ ਹਾਸਲ ਕੀਤੇ ਆ ਔਰ ਟੱਕਰਾਂ ਮਾਰ ਕੇ ਜੋ ਗੱਲਾਂ ਉਹਨਾਂ ਨੇ ਗ੍ਰਹਿਣ ਕੀਤੀਆਂ, ਜੇ ਆਪਾਂ ਉਹਨਾਂ ਤੋਂ ਸਿੱਖੀਏ ਤਾਂ ਸਾਡੇ ਲਈ ਬਹੁਤ ਹੀ ਚੰਗੇਰੀਆਂ ਸਾਬਤ ਹੋ ਸਕਦੀਆਂ। ਜੇ ਆਪਾਂ ਉਹਨਾਂ ਤੋਂ ਸਿੱਖਿਆ ਨਹੀਂ ਲੈਣੀ ਚਾਹਾਂਗੇ ਤਾਂ ਸਾਡਾ ਇੱਕ ਬਹੁਤ ਵੱਡਾ ਨੁਕਸਾਨ ਹੈ। ਜੇ ਸਾਡੇ ਘਰ ਦੇ ਵਿੱਚ ਮਾਂ-ਬਾਪ ਦੀ ਛਤਰੀ ਹੈ ਤਾਂ ਮੈਂ ਸਮਝਦਾ ਕਿ ਉਹਨਾਂ ਤੋਂ ਆਪਾਂ ਬਹੁਤ ਅੱਛੀਆਂ ਗੱਲਾਂ ਸਿੱਖ ਸਕਦੇ ਹਾਂ। ਸਾਡੇ ਬੱਚੇ ਉਹਨਾਂ ਤੋਂ ਬਹੁਤ ਚੀਜ਼ ਗ੍ਰਹਿਣ ਕਰ ਸਕਦੇ ਆ। ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਕਿ ਘਰਾਂ ਦੇ ਵਿੱਚ ਜਿਹੜੇ ਪੋਤੇ ਪੋਤੀਆਂ ਹੈਗੀਆਂ, ਉਹਨਾਂ ਦੇ ਆਪਣੇ ਦਾਦੀਆਂ ਨਾਲ, ਦਾਦਿਆਂ ਨਾਲ, ਨਾਨੀਆਂ ਨਾਨਿਆਂ ਨਾਲ ਜ਼ਿਆਦਾ ਪਿਆਰ ਹੈ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਉਹ ਇਨੋਸੈਂਟ ਹੈ, ਉਹਨਾਂ ਦਾ ਜਿਹੜੀ ਸਲੇਟ ਆ ਬਿਲਕੁਲ ਸਾਫ਼ ਹੈ। ਉਹ ਸਮਝਦੇ ਆ ਕਿ ਇਹਨਾਂ ਤੋਂ ਸਾਨੂੰ ਚੰਗੀਆਂ ਗੱਲਾਂ ਮਿਲਦੀਆਂ, ਇਹਨਾਂ ਤੋਂ ਸਾਨੂੰ ਪਿਆਰ ਮਿਲਦਾ, ਔਰ ਸਾਡੀ ਮੰਮੀ ਸਾਨੂੰ ਵਰਜਦੀ ਹੈ ਕਈ ਵਾਰੀ ਇਹਨਾਂ ਤੱਕ ਜਾਂਦੀ, ਉਹ 'ਚ ਮੰਮੀ ਗਲਤ ਹੈ। ਕਿਉਂਕਿ ਆਪਾਂ ਗੱਲ ਅੱਜ ਦਾ ਵਿਸ਼ਾ ਇਹੀ ਹੈ ਕਿ ਆਪਾਂ ਇਸ ਗੱਲ ਨੂੰ ਸਮਝਣਾ ਹੈ ਕਿ ਸਾਡੀ ਜਿਹੜੀ ਸਰੀਰ ਹੈ ਉਸ ਨੂੰ ਇੱਕ ਚੰਗੀ ਖੁਰਾਕ ਦੀ ਲੋੜ ਹੈ, ਸਾਡਾ ਜਿਹੜਾ ਮਨ ਹੈ, ਸਾਡੀ ਜਿਹੜੀ ਆਤਮਾ ਹੈ, ਉਸ ਨੂੰ ਵੀ ਇੱਕ ਚੰਗੀ ਖੁਰਾਕ ਦੀ ਲੋੜ ਹੈ। ਔਰ ਚੰਗੀ ਖੁਰਾਕ ਉਸ ਘਰ ਦੇ ਵਿੱਚ ਹਰ ਇਨਸਾਨ ਨੂੰ ਮਿਲ ਸਕਦੀ ਹੈ। ਇਮੋਸ਼ਨਲ, ਜਿਸ ਘਰ ਦੇ ਵਿੱਚ ਮਾਂ-ਬਾਪ ਹੈਗੇ, ਬਜ਼ੁਰਗ ਹੈਗੇ, ਜਿਹਨਾਂ ਦਾ ਜ਼ਿੰਦਗੀ ਭਰ ਦਾ ਤਜਰਬਾ ਹੈ, ਤਜਰਬੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ, ਜਿਹੜਾ ਕਿਤਾਬਾਂ ਤੋਂ ਜਾਂ ਇੱਕ ਦੂਸਰੇ ਕੋਲੋਂ ਆਪਾਂ ਇੰਨੀ ਛੇਤੀ ਨਹੀਂ ਸਿੱਖ ਸਕਦੇ। ਔਰ ਇਹ ਬਹੁਤ ਵਧੀਆ ਗੱਲ ਹੈ ਕਿ ਜਿਹੜੇ ਇਹ ਗੁਣ ਹੈਗੇ ਆ, ਇਹ ਅਸੀਂ ਵੱਡਿਆਂ ਤੋਂ ਸਿੱਖੀਏ ਤਾਂ ਕਿ ਅਸੀਂ ਆਪਣੇ ਛੋਟੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਲਈ ਚੰਗੀ ਤਰ੍ਹਾਂ ਤਿਆਰ ਕਰ ਸਕੀਏ। ਜੀ, ਮੈਂ ਸਕੂਲ ਸਮੇਂ ਦੀ ਜੇ ਮੈਂ ਆਪਦਾ ਤਜਰਬਾ ਇੱਕ ਦੱਸਾਂ ਤਾਂ ਸਾਡੇ ਇੱਕ ਅਧਿਆਪਕ ਪੰਜਾਬੀ ਦੇ ਸੀਗੇ, ਉਹਨਾਂ ਨੇ ਸਾਨੂੰ ਬਹੁਤ ਛੋਟੇ ਹੁੰਦਿਆਂ ਨੂੰ ਇਹ ਗੱਲ ਕਹੀ ਸੀ, ਜਿਹੜੀ ਤੁਹਾਡੀ ਕੌਮ ਹੈ ਇਹ ਇੱਕ ਪੱਤਝੜ ਹੈ, ਪੁਰਾਣੇ ਪੱਤੇ ਝੜ ਜਾਂਦੇ ਆ, ਨਵੇਂ ਆ ਜਾਂਦੇ ਆ, ਤੁਸੀਂ ਉਹ ਦਰਖਤ ਸਾਂਭਣਾ ਹੁੰਦਾ ਹੈ, ਤੁਹਾਡੇ ਤੋਂ ਬਾਅਦ ਤੁਹਾਡੀ ਪੀੜ੍ਹੀ ਆਊਗੀ। ਪਰ ਜਿਹੜਾ ਦਰਖਤ ਜੜੋਂ ਪੁੱਟਿਆ ਜਾਂਦਾ ਹੈ ਫਿਰ ਉਹਦੇ ਪੱਤੇ ਝੜ ਜਾਂਦੇ ਆ ਤੇ ਫਿਰ ਉਹਦੇ ਪੱਤੇ ਨਵੇਂ ਨਹੀਂ ਆਉਂਦੇ। ਸੋ ਇਹ ਜੇ ਸਹਿਨਸ਼ੀਲਤਾ ਦੀ ਤੇ ਸਤਿਕਾਰ ਦੀ ਵੀ ਗੱਲ ਕਰੀਏ ਨਾ, ਜਿਹੜਾ ਬੱਚਾ ਆਪਦੇ ਸੱਭਿਆਚਾਰ ਨਾਲੋਂ ਟੁੱਟੂਗਾ ਤਾਂ ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਜਿਹੜੀ ਘਾਟ ਉਹ ਕੁਦਰਤੀ ਆਊਗੀ। ਸੋ ਵਿਸ਼ੇ ਵੱਲ ਅੱਗੇ ਵਧਦੇ ਆ ਤੇ ਜੇ ਸਾਡੇ ਬੱਚਿਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪੁਨਰ ਸੁਰਜੀਤ ਕਰਨ ਲਈ ਕੀ ਲੋੜ ਹੈ, ਸਾਡੇ ਸਮਾਜ ਨੂੰ ਕੀ ਯੋਗਦਾਨ ਪਾ ਸਕਦੇ ਆ ਸਾਡੇ ਐਜੂਕੇਸ਼ਨਲ ਇੰਸਟੀਚਿਊਟਸ ਜਿਹੜੇ ਹੈਗੇ ਆ। ਬਿਲਕੁਲ, ਇਹ ਇੱਕ ਵਿਸ਼ਾ ਐਸਾ ਹੈ ਕਿ ਸਮਾਜ ਦਾ ਹਰ ਪਹਿਲੂ ਇਹਦੇ ਵਿੱਚ ਯੋਗਦਾਨ ਪਾ ਸਕਦਾ। ਘਰ ਤੋਂ ਗੱਲ ਕਰੀਏ ਤੇ ਮਦਰ ਯੋਗਦਾਨ ਪਾ ਸਕਦੀ ਹੈ, ਔਰ ਬਜ਼ੁਰਗ ਜਿਹੜੇ ਆ ਉਹ ਯੋਗਦਾਨ ਪਾ ਸਕਦੇ ਆ। ਜਦੋਂ ਬੱਚਾ ਛੋਟੇ ਸਕੂਲ ਦੇ ਵਿੱਚ ਕਿੰਡਰਗਾਰਟਨ ਦੇ ਵਿੱਚ ਜਾਂਦਾ ਤੇ ਉਸ ਵੇਲੇ ਉਹਦੇ ਜਿਹੜੇ ਅਧਿਆਪਕ ਆ ਉਹ ਯੋਗਦਾਨ ਪਾ ਸਕਦੇ ਆ, ਔਰ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾ ਸਕਦੇ ਆ, ਉਹਨਾਂ ਨੂੰ ਇੱਕ ਚੰਗੇ ਵਿਚਾਰਾਂ ਦੇ ਨਾਲ ਜੋੜ ਸਕਦੇ ਆ, ਔਰ ਉਸ ਵੇਲੇ ਜੋ ਬੱਚੇ ਨੇ ਚੀਜ਼ਾਂ ਗ੍ਰਹਿਣ ਕੀਤੀਆਂ ਹੁੰਦੀਆਂ ਸਾਰੀ ਉਮਰ ਤੱਕ ਉਹਨਾਂ ਦਾ ਹਿੱਸਾ ਬਣਦੀਆਂ ਉਹ। ਇਸ ਤੋਂ ਬਾਅਦ ਆਪਾਂ ਸਕੂਲ ਆ ਗਏ ਔਰ ਉਹਦੇ ਵਿੱਚ ਪਾਠਕ੍ਰਮ ਦੇ ਵਿੱਚ ਚੰਗੀਆਂ ਜਿਹੜੀਆਂ ਅੱਛੀਆਂ ਗੱਲਾਂ ਕਿ ਸਹਿਨਸ਼ੀਲਤਾ ਜ਼ਰੂਰੀ ਹੈ, ਸੁਹਿਰਦਤਾ ਜ਼ਰੂਰੀ ਹੈ, ਸਮਾਜ ਵਿੱਚ ਵਿਚਰਨ ਲਈ ਕਿਹੜੇ ਚੰਗੇ ਗੁਣ ਹੁੰਦੇ ਹਨ, ਇਹਨਾਂ ਬਾਰੇ ਉਹਨਾਂ ਦੇ ਪਾਠਕ੍ਰਮ ਦੇ ਵਿੱਚ ਚੀਜ਼ਾਂ ਹੋਣੀਆਂ ਚਾਹੀਦੀਆਂ। ਫਿਰ ਆਪਾਂ ਜਿਸ ਵੇਲੇ ਕਾਲਜ ਵਿੱਚ ਆ ਗਏ ਤੇ ਕਾਲਜ ਵਿੱਚ ਬੱਚਾ ਵੀ ਗਰੋ ਅਪ ਕੀਤਾ ਹੁੰਦਾ, ਉਸ ਨੂੰ ਪਤਾ ਹੁੰਦਾ ਕਿ ਕਿਹੜੀਆਂ ਚੀਜ਼ਾਂ ਚੰਗੀਆਂ ਕਿਹੜੀਆਂ ਨਹੀਂ ਆ, ਲੇਕਿਨ ਟੈਂਡੈਂਸੀ ਇਸ ਤਰ੍ਹਾਂ ਦੀ ਹੁੰਦੀ ਹੈ ਕਈ ਵਾਰੀ ਭਟਕਣ ਦਾ ਟਾਈਮ ਵੀ ਜਿਹੜਾ ਜ਼ਿੰਦਗੀ 'ਚ ਉਹ ਹੀ ਹੁੰਦਾ। ਉਹਨਾਂ ਨੂੰ ਅਧਿਆਪਕ ਯੋਗਦਾਨ ਪਾ ਸਕਦੇ ਆ, ਉਹਨਾਂ ਨੂੰ ਉਸ ਵੇਲੇ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਚੰਗੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਬਹੁਤ ਸਾਰੀ ਸੂਚਨਾ ਜਿਹੜੀ ਹੈ ਸਾਨੂੰ ICT ਰਾਹੀਂ ਉਪਲਬਧ ਹੈ, ਉਹਦੇ ਨਾਲ ਜੁੜਨਾ ਚਾਹੀਦਾ, ਚੰਗੇਰਾ ਗਿਆਨ ਪ੍ਰਾਪਤ ਕਰਨਾ ਚਾਹੀਦਾ। ਫਿਰ ਜਦੋਂ ਆਪਾਂ ਯੂਨੀਵਰਸਿਟੀਜ਼ ਦੇ ਵਿੱਚ ਆ ਜਾਂਦੇ ਹਾਂ, ਯੂਨੀਵਰਸਿਟੀ 'ਚ ਬੜੇ ਇਸ ਤਰ੍ਹਾਂ ਦੇ ਕਲੱਬ ਬਣਨੇ ਚਾਹੀਦੇ ਆ, ਔਰ ਐਥਿਕਸ ਇਨਕਲਕੇਟ ਵਿਦਿਆਰਥੀਆਂ 'ਚ ਹੋਣਾ ਚਾਹੀਦਾ, ਔਰ ਇਹ ਜਿਹੜੇ ਸੋਸ਼ਲ ਔਰ ਸਾਡੇ ਜਿਹੜੇ ਆ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੈਗੀਆਂ ਉਹਨਾਂ ਦੇ ਨਾਲ ਵਿਦਿਆਰਥੀਆਂ ਨੂੰ ਆਪਾਂ ਜਿਹੜੇ ਜੋੜ ਸਕਦੇ ਆ। ਇੱਕ ਦੂਸਰੇ ਦਾ ਕਿਸ ਤਰ੍ਹਾਂ ਲਿਵਿੰਗ ਹੈ ਉਹਦੇ ਬਾਰੇ ਜਦੋਂ ਜਾਣਕਾਰੀ ਪ੍ਰਾਪਤ ਹੋਏਗੀ, ਕਿਸ ਤਰ੍ਹਾਂ ਦਾ ਭੋਜਨ ਖਾਂਦੇ ਆ, ਕਿਸ ਤਰ੍ਹਾਂ ਦਾ ਖਾਣਾ ਪਾਉਂਦੇ ਆ, ਤੇ ਆਪਾਂ ਸਮਝਦੇ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇੱਕ ਸਾਨੂੰ ਸਾਡਾ ਦਾਇਰਾ ਵੱਡਾ ਕਰਦੀਆਂ, ਸਾਡੀ ਸੋਚ ਦਾ। ਆਪਾਂ ਸੰਸਾਰ ਨੂੰ ਕਰੀਬ ਤੋਂ ਜਾਣਦੇ ਆ ਔਰ ਆਪਾਂ ਸਮਝਦੇ ਆ ਕਿ ਹਰ ਚੀਜ਼ ਜਿਹੜੀ ਹੈ ਉਹ ਜ਼ਰੂਰੀ ਹੈ, ਔਰ ਇਸ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਸ ਦਾ ਕੋਈ ਮਾਇਨਾ ਨਹੀਂ ਹੈ। ਹਰ ਚੀਜ਼ ਦਾ ਮਤਲਬ ਹੈ, ਔਰ ਉਸ ਮਤਲਬ ਨੂੰ ਸਮਝਦਿਆਂ ਹੋਇਆਂ ਆਪਾਂ ਵੀ ਉਹਦੀ ਇੱਕ ਕੜੀ ਬਣਦੇ ਆ। ਤਾਂ ਇੱਕ ਆਪਸ ਦੇ ਵਿੱਚ ਜੇ
ਕੜੀ ਹੈ ਇੱਕ ਦੂਸਰੇ ਨਾਲ ਇੱਕ ਸੁਰਤਾ ਨਾ ਹੋਵੇ, ਇੱਕ ਦੂਸਰੇ ਦਾ ਸਤਿਕਾਰ ਨਾ ਹੋਵੇ, ਇੱਕ ਦੂਸਰੇ ਦੀ ਗੱਲ ਦੇ ਹਿਸਾਬ ਦੇ ਨਾਲ ਆਪਾਂ ਨਾ ਤੁਰੀਏ ਤਾਂ ਉਹ ਗੜਬੜ ਹੋ ਜਾਂਦੀ ਹੈ। ਤਾਂ ਇਸ ਗੜਬੜ ਨੂੰ ਹਟਾਉਣ ਲਈ ਇਹ ਗੁਣ ਜਿਹੜੇ ਆ ਉਹਨਾਂ 'ਚ ਹੋਣੇ ਚਾਹੀਦੇ ਆ। ਔਰ ਇਹ ਤੋਂ ਇਲਾਵਾ ਜਿਹੜੇ ਸਮਾਜ ਵਿੱਚ ਸਾਡੇ NGOs ਹੈ, ਸਾਡੀਆਂ ਗੈਰ ਸਰਕਾਰੀ ਅਦਾਰੇ ਆ, ਉਹ ਸਮੇਂ-ਸਮੇਂ ਤੇ ਧਾਰਮਿਕ ਅਦਾਰੇ ਸਾਡੇ ਸਮੇਂ-ਸਮੇਂ ਦੇ ਵਿੱਚ ਨਸ਼ਿਆਂ ਦੇ ਪ੍ਰਤੀ ਉਹ ਜਾਗਰੂਕਤਾ ਪੈਦਾ ਕਰਦੇ ਆ। ਇਸੇ ਤਰ੍ਹਾਂ ਸਹਿਨਸ਼ੀਲਤਾ ਵਾਲੇ ਪਾਸੇ ਵੀ ਕਦਮ ਜਿਹੜਾ ਪੁੱਟਣਾ ਚਾਹੀਦਾ ਔਰ ਸਹਿਨਸ਼ੀਲਤਾ ਜਿਹੜੀ ਐਡਮਿਨਿਸਟ੍ਰੇਟਰਸ ਨੂੰ ਵੀ ਆਪਣੇ ਆਪ 'ਚ ਲਿਆਉਣੀ ਚਾਹੀਦੀ ਹੈ ਔਰ ਇੱਕ ਹਿਊਮਨ ਫੇਸ ਲੈ ਕੇ ਕੰਮ ਜਿਹੜਾ ਹੈ ਉਹ ਕਰਨਾ ਚਾਹੀਦਾ। ਜੇ ਵਿਦਿਆਰਥੀ ਦੀ ਕੋਈ ਪ੍ਰੋਬਲਮ ਜਿਹੜੀ ਹੈ ਉਹ ਫੀਸ ਨਹੀਂ ਦੇ ਸਕਦਾ, ਉਹ ਕਿਸੇ ਕਸ਼ੀਦਗੀ ਵਿੱਚੋਂ ਦੀ ਲੰਘ ਰਿਹਾ ਔਰ ਉਸ ਦੀ ਵਾਕਿਆ ਹੀ ਕੋਈ ਸਮੱਸਿਆ ਹੈ, ਉਸ ਨੂੰ ਇੱਕ ਮਨੁੱਖੀ ਨਜ਼ਰੀਏ ਦੇ ਨਾਲ ਦੇਖਦਿਆਂ ਹੋਇਆਂ ਉਸ ਦਾ ਜਿਹੜਾ ਯੋਗ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਛੇ ਸਮਾਜ ਸਿਰਜਣ ਵਾਸਤੇ ਇਹਨਾਂ ਸਾਰਿਆਂ ਦਾ ਉਪਰਾਲਿਆਂ ਦੀ ਬਹੁਤ ਮਹੱਤਤਾ ਹੈ ਔਰ ਜੇ ਇਸ ਤਰ੍ਹਾਂ ਹੋ ਜਾਏ ਤਾਂ ਮੇਰੇ ਖਿਆਲ ਹੈ ਕਿ ਹਰ ਇਨਸਾਨ ਦੇ ਵਿੱਚ ਜਿਹੜੀ ਹੈ ਸੁਹਿਰਦਤਾ ਪੈਦਾ ਹੋਏਗੀ, ਉਹ ਇੱਕ ਦੂਸਰੇ ਦਾ ਸਤਿਕਾਰ ਕਰੇਗਾ, ਸਹਿਨਸ਼ੀਲਤਾ ਹੋਏਗੀ, ਆਪਣੇ ਕੰਮ ਪ੍ਰਤੀ ਉਹ ਲਗਨ ਦੇ ਨਾਲ ਕੰਮ ਕਰੇਗਾ। ਔਰ ਇਹ ਸਿਰਫ ਇਨਸਾਨ ਜਾਂ ਘਰ ਜਾਂ ਕਿਸੇ ਸੂਬੇ ਜਾਂ ਦੇਸ਼ ਦੇ ਨਾਲ ਹੀ ਨਹੀਂ, ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਕਈ ਇਸ ਤਰ੍ਹਾਂ ਦੇ ਦੇਸ਼ ਹੈਗੇ ਆ ਜਿਹੜੀ ਆਪਣੀ ਧੌਂਸ ਦੂਸਰਿਆਂ ਦੇ ਉੱਤੇ ਜਮਾਉਣ ਦੀ ਕੋਸ਼ਿਸ਼ ਕਰਦੇ ਆ। ਕਈ ਜਿਹੜੇ ਡਾਊਨ ਟ੍ਰੋਡਨ ਦੇਸ਼ ਹੈ ਜਿੱਥੇ ਬਹੁਤ ਜ਼ਿਆਦਾ ਭੁੱਖਮਰੀ ਹੈ, ਸਮਾਜ ਦੀ ਲੋੜ ਨੂੰ ਸਹਿਣ ਕਰਦਿਆਂ ਹੋਇਆਂ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਬਣਾਉਣੇ ਚਾਹੀਦੇ ਆ ਕਿ ਯੂਨਾਈਟਿਡ ਨੇਸ਼ਨਸ ਵਰਗੇ ਅਦਾਰੇ ਜਿਹੜੇ ਹੈ ਉਹ ਦੇਸ਼ਾਂ ਦੇ ਭਲੇ ਲਈ, ਲੋਕਾਈ ਦੇ ਭਲੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਹ ਬਣਾਏ ਜਾਣ। ਆਪਾਂ ਕਹਿੰਦੇ ਆ ਵਾਸੂਦੇਵ ਕੁਟੰਬਕਮ, ਕਿ ਸਾਡਾ ਜਿਹੜਾ ਸਾਰਾ ਸੰਸਾਰ ਹੈ ਇਹ ਇੱਕ ਪਰਿਵਾਰ ਦੇ ਤਰ੍ਹਾਂ ਹੈ ਤੇ ਜੇ ਪਰਿਵਾਰ ਦੇ ਵਿੱਚ ਇੱਕ ਮੈਂਬਰ ਜਿਹੜਾ ਹੈ ਉਹ ਇੱਕ ਕਸ਼ੀਦਗੀ ਦੇ ਦੌਰ ਚੋਂ ਲੰਘ ਰਿਹਾ ਹੈ, ਉਸ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਜਿਨ੍ਹਾਂ ਦੇ ਕੋਈ ਜੇਬ ਦੇ ਵਿੱਚ ਕੁਝ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਹੈ ਮਦਦ ਕਰ ਸਕੀਏ। ਔਰ ਗੱਲ ਆਪਣੀ ਕਿਉਂਕਿ ਯੂਥ ਦੇ ਨਾਲ ਸੰਬੰਧਿਤ ਹੈ ਔਰ ਹਿੰਦੁਸਤਾਨ ਜਿਹੜਾ ਹੈ ਦੇਸ਼ ਸਾਡਾ ਭਾਰਤ, ਇਟ ਇਜ਼ ਅ ਯੰਗ ਕੰਟਰੀ, ਇਹਦੇ ਵਿੱਚ ਸਾਡੇ ਨੌਜਵਾਨਾਂ ਦੀ ਜਿਹੜੀ ਗਿਣਤੀ ਹੈ ਉਹ ਦੂਸਰਿਆਂ ਦੇ ਨਾਲੋਂ ਜ਼ਿਆਦਾ ਹੈ। ਸਾਡੇ ਜਿਹੜੇ 66% ਪਾਪੂਲੇਸ਼ਨ ਹੈ ਉਹ 35 ਸਾਲ ਤੋਂ ਘੱਟ ਹੈ ਔਰ ਜੇ ਉਹਨਾਂ ਦੇ ਵਿੱਚ ਇਹ ਗੁਣਵੱਤਾ ਪੈਦਾ ਕੀਤੀ ਜਾਵੇ ਸਾਡੇ ਹਿੰਦੁਸਤਾਨ ਦਾ ਨਾਮ ਜਿਹੜਾ ਹੈ ਬਹੁਤ ਦੂਰ ਤੱਕ ਜਾ ਸਕਦਾ ਔਰ ਇਹ ਯੂਥ ਜਿਹੜਾ ਹੈ ਇੱਕ ਵੱਡਾ ਸਰਮਾਇਆ ਹੈ। ਜੇ ਚੰਗੇਰਾ ਯੂਥ ਹੈ, ਨੇਕ ਇਨਸਾਨਾਂ ਦਾ ਯੂਥ ਹੈ, ਨੇਕ ਭਾਵਨਾ ਉਹਦੇ ਵਿੱਚ ਪੈਦਾ ਹੁੰਦੀ ਹੈ, ਮੈਂ ਸਮਝਦਾ ਕਿ ਸਾਡੇ ਦੇਸ਼ ਲਈ ਔਰ ਭਵਿੱਖ ਲਈ ਔਰ ਸਾਡੇ ਸੰਸਾਰ ਦੀ ਬਿਹਤਰੀ ਲਈ ਇੱਕ ਬਹੁਤ ਵੱਡਾ ਆਪਾਂ ਕਦਮ ਜਿਹੜਾ ਉਠਾ ਸਕਦੇ ਹਾਂ। ਗੁਰੂ ਕਾਸ਼ੀ ਯੂਨੀਵਰਸਿਟੀ ਇੱਕ ਸੱਭਿਆਚਾਰ ਤੇ ਧਰਮ ਦਾ ਸੁਮੇਲ ਹੈ। ਇੱਕ ਤਾਂ ਆਪਾਂ ਕਹਿ ਦਿੰਦੇ ਇਹ ਪੇਂਡੂ ਖੇਤਰ ਦੇ ਵਿੱਚ ਬਣੀ ਹੈ, ਮਾਲਵਾ ਰੀਜਨ ਦੇ ਵਿੱਚ। ਦੂਸਰਾ ਇਹ ਗੁਰੂ ਕੀ ਕਾਸ਼ੀ ਹੈ ਜਿੱਥੇ ਅਸੀਂ ਭਾਈ ਮਰਦਾਨਾ ਚੇਅਰ ਵੀ ਸਥਾਪਿਤ ਕੀਤੀ ਹੈ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ। ਸੋ ਗੁਰੂ ਕਾਸ਼ੀ ਯੂਨੀਵਰਸਿਟੀ ਕੀ ਯੋਗਦਾਨ ਪਾ ਰਹੀ ਹੈ ਇੱਥੇ, ਮੈਂ ਇਹ ਕਹੂੰਗੀ ਬੱਚਿਆਂ ਦੇ ਬਹੁਪੱਖੀ ਵਿਕਾਸ ਦੇ ਲਈ। ਇਹ ਗੁਰੂ ਕਾਸ਼ੀ ਯੂਨੀਵਰਸਿਟੀ ਹੁਣੇ ਯੂਨੀਵਰਸਿਟੀ ਦੀ ਜਿਹੜੀ ਐਂਥਮ ਹੈ ਉਹ ਜਾਰੀ ਕੀਤੀ ਹੈ। ਉਹਦੇ ਵਿੱਚ ਇਹੀ ਹੈ ਕਿ ਦਸਮ ਪਾਤਸ਼ਾਹ ਨੇ ਵਰਦਾਨ ਦਿੱਤਾ ਸੀ ਕਿ ਇਸ ਇਲਾਕੇ 'ਚ ਜਿਸ ਨੂੰ ਕਿਸੇ ਵੇਲੇ ਪਿਛੜਿਆ ਕਿਹਾ ਜਾਂਦਾ ਸੀ, ਇੱਥੇ ਇੱਕ ਵਿਦਿਆ ਦਾ, ਇੱਕ ਐਜੂਕੇਸ਼ਨ ਦਾ ਹੱਬ ਬਣੇਗਾ। ਹੁਣ ਵੀ ਇੱਥੇ ਬਹੁਤ ਸਾਰੇ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀਆਂ ਔਰ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਜਿਹੜਾ ਮੈਂਡੇਟ ਆ ਉਹ ਇੱਕ ਚੰਗੇਰਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਚੰਗੀਆਂ ਗੱਲਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ ਔਰ ਬਹੁਤ ਸਾਰੇ ਸਾਡੇ ਇੱਥੇ ਕਲੱਬ ਹੈ, ਬਹੁਤ ਸਾਰੇ ਸਾਡੇ ਮਹਿਕਮੇ ਹੈ ਜਿਹੜੇ ਇਸ ਕੋਸ਼ਿਸ਼ ਦੇ ਵਿੱਚ ਹਨ ਕਿ ਵਿਦਿਆਰਥੀਆਂ ਨੂੰ ਆਲ ਰਾਊਂਡ ਡਿਵੈਲਪਮੈਂਟ ਉਹਨਾਂ ਦੀ ਕੀਤੀ ਜਾਵੇ, ਉਹਨਾਂ ਨੂੰ ਚੰਗੇਰਾ ਇਨਸਾਨ ਬਣਾਇਆ ਜਾਵੇ, ਉਹਨਾਂ ਦੇ ਵਿੱਚ ਨੈਤਿਕਤਾ ਉਜਾਗਰ ਕੀਤੀ ਜਾਵੇ, ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਸਤਿਕਾਰ ਹੈ, ਸਦਭਾਵਨਾ ਹੈ, ਸੁਹਿਰਦਤਾ ਹੈ, ਸਹਿਨਸ਼ੀਲਤਾ ਹੈ, ਉਸ ਤਰ੍ਹਾਂ ਦੇ ਇਹਦੇ ਵਿੱਚ ਗੁਣ ਪੈਦਾ ਕੀਤੇ ਜਾਣ। ਕੱਲੀ ਇਹ ਯੂਨੀਵਰਸਿਟੀ ਨਹੀਂ, ਸਾਡੀ ਯੂਨੀਵਰਸਿਟੀ ਨੇ ਪਹਿਲ ਕਦਮੀ ਕੀਤੀ। ਇਲਾਕੇ ਦੀਆਂ ਜਿਹੜੀਆਂ 7 ਯੂਨੀਵਰਸਿਟੀਆਂ ਹੈ ਇੱਥੇ ਇਸ ਇਲਾਕੇ ਦੇ ਵਿੱਚ ਔਰ ਦੱਖਣ ਪੱਛਮ ਪੰਜਾਬ ਦੇ ਵਿੱਚ ਇਸ ਬਠਿੰਡੇ ਏਰੀਆ ਦੇ ਵਿੱਚ, ਉਹਨਾਂ ਦਾ ਇੱਕ ਕੰਸੋਰਸ਼ੀਅਮ ਜਿਹੜਾ ਵਿਕਸਿਤ ਕੀਤਾ ਗਿਆ ਹੈ। ਉਸ ਕੰਸੋਰਸ਼ੀਅਮ ਦੇ ਨਾਲ ਸਾਡੀ ਕੋਸ਼ਿਸ਼ ਇਹ ਹੈ ਕਿ ਰਲ ਕੇ ਉਪਰਾਲੇ ਕੀਤੇ ਜਾਣ ਔਰ ਜੇ ਸਾਰੀਆਂ ਸਾਡਾ ਇਸ ਕੰਸੋਰਸ਼ੀਅਮ ਦੇ ਜਿਹੜੇ ਮੈਂਬਰ ਹੈ, ਚਾਹੇ ਉਹ ਏਮਜ਼ ਹੈ, ਚਾਹੇ ਅਕਾਲ ਯੂਨੀਵਰਸਿਟੀ ਹੈ, ਸਾਡੇ ਗੁਰੂ ਕਾਸ਼ੀ ਯੂਨੀਵਰਸਿਟੀ ਹੈ, ਸਾਡੀ ਸੈਂਟਰਲ ਯੂਨੀਵਰਸਿਟੀ ਹੈ, ਸਾਡੀ ਮਹਾਰਾਜਾ ਰਣਜੀਤ ਸਿੰਘ PTU ਹੈ, ਆਦੇਸ਼ ਯੂਨੀਵਰਸਿਟੀ ਹੈ, ਇਹ ਸਾਰੇ ਰਲ ਕੇ ਆਪਾਂ ਕੋਸ਼ਿਸ਼ ਕਰੀਏ ਤਾਂ ਇਸ ਪਾਸੇ ਆਪਾਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ। ਔਰ ਇਸ ਗੱਲ ਦੀ ਬੜੀ ਸ਼ਲਾਘਾ ਇਸ ਕਰਕੇ ਹੋ ਰਹੀ ਹੈ ਕਿ ਆਮ ਤੌਰ ਦੇ ਉੱਤੇ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੂਸਰੇ ਨੂੰ ਇਹ ਕਹਿੰਦੀ ਸੀ ਉਹ ਨਹੀਂ ਚੰਗੀ, ਉਹ ਸਾਡੀ ਆਪਸ 'ਚ ਇੱਕ ਖਿਚਾਅ ਦੀ ਭਾਵਨਾ ਰਹਿੰਦੀ ਸੀ, ਲੇਕਿਨ ਇਹ ਕੰਸੋਰਸ਼ੀਅਮ ਬਣਾਉਣ ਦੇ ਨਾਲ ਆਪਾਂ ਰਲ ਕੇ ਹੰਭਲਾ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਇਹ ਅਕਾਲ ਪੁਰਖ ਦੀ ਕਿਰਪਾ ਹੈ ਔਰ ਮੈਂ ਸਮਝਦਾ ਹਾਂ ਕਿ ਇਹਦੇ ਜਿਹੜੇ ਨਤੀਜੇ ਚੰਗੇ ਨਿਕਲਣਗੇ ਔਰ ਸਾਡਾ ਜਿਹੜਾ ਨੌਜਵਾਨ ਪੀੜ੍ਹੀ ਹੈ, ਜਿਹੜਾ ਸਾਡਾ ਮੈਂਡੇਟ ਹੈ ਕਿ ਉਹਨਾਂ ਨੂੰ ਭਵਿੱਖ ਲਈ ਤਿਆਰ ਕਰਨਾ, ਉਹਦੇ ਵਿੱਚ ਸੁਹਿਰਦਤਾ, ਸਹਿਨਸ਼ੀਲਤਾ, ਸਤਿਕਾਰ, ਸਦਭਾਵਨਾ, ਸੁੰਦਰਤਾ, ਇਸ ਤਰ੍ਹਾਂ ਦੇ ਜਿਹੜੇ ਗੁਣ ਆਪਾਂ ਉਹਨਾਂ ਦੇ ਵਿੱਚ ਇਨਕਲਕੇਟ ਕਰਾਂਗੇ ਤਾਂ ਮੈਂ ਸਮਝਦਾ ਯੂਨੀਵਰਸਿਟੀ ਇਸ ਪਾਸੇ ਕਾਫੀ ਵਧੀਆ ਕੰਮ ਕਰ ਰਹੀ ਹੈ। ਸਾਡੇ ਅੱਜ ਦੇ ਪ੍ਰੋਗਰਾਮ ਸੰਵਾਦ ਦਾ ਵਿਸ਼ਾ ਸੀ ਜੀ ਨੌਜਵਾਨਾਂ ਵਿੱਚ ਸਹਿਨਸ਼ੀਲਤਾ ਤੇ ਸਤਿਕਾਰ ਦੀ ਘਟ ਰਹੀ ਭਾਵਨਾ ਚਿੰਤਾ ਦਾ ਵਿਸ਼ਾ, ਤੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਡਾਕਟਰ ਜਗਤਾਰ ਸਿੰਘ ਧੀਮਾਨ, ਪ੍ਰੋ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ। ਸਰ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਬਹੁਤ-ਬਹੁਤ ਸ਼ੁਕਰੀਆ ਮਨ। ਇਸ ਦੇ ਨਾਲ ਹੀ ਮੈਨੂੰ ਮਨਪ੍ਰੀਤ ਪ੍ਰਾੜ ਨੂੰ ਪ੍ਰੋਗਰਾਮ ਸੰਵਾਦ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ। ਪ੍ਰੋਗਰਾਮ ਸੰਵਾਦ।